ਸਤਿਨਾਮ ਸ੍ਰੀ ਵਾਹਿਗੁਰੂ ਜੀ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦਬੰਦ ਰਾਮਦਾਸ ਅਰਜਨ ਗੁਰੂ ਬਰਸ਼੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ ਸ਼੍ਰੀ ਗੁਰੂ ਬਚਨ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆਲ ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਦੋਹੇਰਾ ਭਈ ਮਸੰਦਨ ਕੋ ਖਬਰ ਬਸੇ ਨ ਗੁਰੂ ਕਿਰਪਾਲ ਖਰੇ ਹੋਏ ਹਟ ਕੇ ਗਏ ਹਮਰੀ ਹੇਰ ਕੁਚਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਸਾਡੇ ਵੱਡੇ ਭਾਗ ਹਨ ਜੋ ਕਿ ਸਾਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਤਿੰਨਾਂ ਦੇ ਪਾਵਨ ਪਵਿੱਤਰ ਦਰਬਾਰ ਦੀਆਂ ਹਾਜ਼ਰੀਆਂ ਭਰਨ ਦਾ ਸੁਭਾਗ ਭਰਿਆ ਸਮਾਂ ਮਾਲਕ ਜੀ ਨੇ ਬਖਸ਼ਿਆ ਹੈ। ਲੜੀਵਾਰ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਤਿੰਨਾਂ ਦੇ ਪਾਵਨ ਇਤਿਹਾਸ ਨੂੰ ਅਸੀਂ ਸਰਵਣ ਕਰ ਰਹੇ ਹਾਂ। ਆਪ ਜੀ ਨੇ ਪਿਛਲੇ ਪ੍ਰਸੰਗ ਦੇ ਵਿੱਚ ਸਰਵਣ ਕੀਤਾ ਹੈ ਜਦੋਂ ਭਾਈ ਮੱਖਣ ਸ਼ਾਹ ਜੀ ਗੁਰੂ ਤੇਗ ਬਹਾਦਰ ਜੀ ਕੋਲ ਆਉਂਦੇ ਨੇ ਅਤੇ ਆ ਕਰਕੇ ਬੇਨਤੀਆਂ ਕਰਦੇ ਨੇ ਕਿ ਜੋ ਗੁਰੂ ਰਾਮਦਾਸ ਜੀ ਮਹਾਰਾਜ ਅਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦੁਆਰਾ ਸਥਾਪਿਤ ਕੀਤਾ ਹੋਇਆ ਪਾਵਨ ਸਥਾਨ ਹਰਿਮੰਦਰ ਸਾਹਿਬ ਤੇ ਉਸ ਦੇ ਇਰਦ ਗਿਰਦ ਬਣਿਆ ਹੋਇਆ ਅੰਮ੍ਰਿਤ ਸਰੋਵਰ, ਉਸ ਦੇ ਮੈਂ ਦਰਸ਼ਨ ਕਰਨੇ ਚਾਹੁੰਦਾ ਹਾਂ। ਮੈਨੂੰ ਆਗਿਆ ਦੇਵੋ ਜੀ, ਕੁਝ ਦਿਨਾਂ ਬਾਅਦ ਮੈਂ ਦਰਸ਼ਨ ਕਰਕੇ ਵਾਪਸ ਆ ਜਾਵਾਂਗਾ। ਗੁਰੂ ਤੇਗ ਬਹਾਦਰ ਜੀ ਮਹਾਰਾਜ ਕਹਿਣ ਲੱਗੇ, ਭਾਈ ਮੱਖਣ ਸ਼ਾਹ ਜੀ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ
ਕਹਿਣ ਲੱਗੇ ਕਿ ਇੱਥੋਂ ਲਾਗੇ ਹੀ ਹੈ, ਬਹੁਤੀ ਦੂਰ ਨਹੀਂ, ਅੰਮ੍ਰਿਤਸਰ ਅਸਥਾਨ ਜੋ ਹਰਿਮੰਦਰ ਸਾਹਿਬ ਹੈ। ਇਸ ਕਰਕੇ ਅਸੀਂ ਵੀ ਤੇਰੇ ਨਾਲ ਹੀ ਚੱਲਾਂਗੇ ਦਰਸ਼ਨਾਂ ਵਾਸਤੇ। ਇਹ ਕਹਿ ਕੇ ਸਾਰੀਆਂ ਤਿਆਰੀਆਂ ਹੋਈਆਂ ਨੇ। ਭਾਈ ਮੱਖਣ ਸ਼ਾਹ ਜੀ ਨੇ ਇੱਕ ਬਹੁਤ ਸੋਹਣੀ ਨਸਲ ਦੀ ਘੋੜੀ ਮੰਗਵਾਈ ਆ। ਮਹਾਰਾਜ ਉਹ ਤੇ ਸਵਾਰ ਹੋ ਗਏ ਨੇ। ਪਿੱਛੇ ਪਿੱਛੇ ਭਾਈ ਮੱਖਣ ਸ਼ਾਹ ਜੀ ਤੇ ਉਹਦੇ ਸਾਥੀ ਤੇ ਉਹਦੇ ਨੌਕਰ ਜਾ ਰਹੇ ਨੇ, ਨਾਲ ਕੁਝ ਸੂਰਵੀਰ ਹਨ। ਚਲਦਿਆਂ ਚਲਦਿਆਂ ਜਦੋਂ ਅੰਮ੍ਰਿਤਸਰ ਪਹੁੰਚੇ ਨੇ, ਸਭ ਤੋਂ ਪਹਿਲਾਂ ਅੰਮ੍ਰਿਤ ਸਰੋਵਰ ਆਇਆ, ਉਹਦੇ ਦਰਸ਼ਨ ਕੀਤੇ। ਗੁਰੂ ਮਹਾਰਾਜ ਦਾ ਆਉਣਾ ਸੁਣ ਕੇ ਮਸੰਦਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਆ। ਕਹਿਣ ਲੱਗੇ ਇਹਨਾਂ ਦੇ ਨਾਲ ਮੱਖਣ ਸ਼ਾਹ ਆਇਆ, ਸੁਣਿਆ ਹੈ ਜਿਸ ਨੇ ਬਾਬਾ ਧੀਰ ਮਲ ਦੇ ਡੇਰੇ ਨੂੰ ਵੀ ਲੁੱਟਿਆ, ਇਹਦੇ ਕੋਲ ਬਹੁਤ ਪੈਸੇ ਨੇ ਤੇ ਬੜਾ ਸ਼ਕਤੀ ਵਾਲਾ ਹੈ। ਇਹ ਨਾ ਹੋਵੇ ਗੁਰੂ ਕਿਤੇ ਸਾਡੇ ਕੋਲੋਂ ਸਾਡੇ ਜੋੜੇ ਹੋਏ ਪੈਸੇ ਕਿਤੇ ਖੋਹ ਲਵੇ, ਕਿਉਂ ਨਾ ਆਪਾਂ ਲੁਕ ਜਾਈਏ, ਜਾਂ ਕਿਤੇ ਹਿਸਾਬ ਨਾ ਦੇਣਾ ਪੈ ਜਾਵੇ, ਗੁਰੂ ਕਿਤੇ ਹਿਸਾਬ ਨਾ ਮੰਗ ਲਵੇ। ਤੇ ਇਹਨਾਂ ਨੇ ਕੀ ਕੀਤਾ, ਦਰਸ਼ਨੀ ਡਿਓੜੀ ਦਾ ਦਰਵਾਜ਼ਾ ਜੋ ਸੀ ਉਹਨੂੰ ਵੀ ਜਿੰਦਾ ਲਾ ਦਿੱਤਾ। ਉਸ ਤੋਂ ਬਾਅਦ ਜਿਹੜੇ ਹਰਿਮੰਦਰ ਸਾਹਿਬ ਦੇ ਦਰਵਾਜ਼ੇ ਸੀ ਉਹਨੂੰ ਵੀ ਅੰਦਰੋਂ ਲਾ ਕੇ ਬੂਹੇ ਭੇੜ ਲਏ, ਬੰਦ ਕਰ ਲਏ ਦਰਵਾਜ਼ੇ। ਗੁਰੂ ਮਹਾਰਾਜ ਜਦੋਂ ਗਏ ਗੁਰੂ ਤੇਗ ਬਹਾਦਰ ਜੀ ਤੇ ਦੇਖਿਆ ਦਰਸ਼ਨੀ ਡਿਓੜੀ ਤੇ ਜਿੰਦਾ ਲੱਗਾ ਹੋਇਆ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗੇ, ਭਾਈ ਮੱਖਣ ਸ਼ਾਹ ਕਹਿਣ ਲੱਗੇ, ਗੁਰੂ ਜੀ ਹੁਕਮ ਕਰੋ, ਇਹਨਾਂ ਸਾਰਿਆਂ ਨੂੰ ਮੈਂ ਬੰਨ੍ਹ ਕੇ ਲਿਆਵਾਂ। ਆਪ ਜੀ ਇੱਕ ਵਾਰ ਕਹਿ ਦੋ, ਸਜ਼ਾ ਦੇਵਾਂ। ਮਹਾਰਾਜ ਨੇ ਆਖਿਆ, ਨਹੀਂ, ਇਹਨਾਂ ਨੂੰ ਮਾਰਨ ਦੀ ਲੋੜ ਨਹੀਂ, ਇਹ ਪਹਿਲਾਂ ਹੀ ਮਰੇ ਹੋਏ ਨੇ, ਇਹਨਾਂ ਦੀਆਂ ਜ਼ਮੀਰਾਂ ਮਰੀਆਂ ਹੋਈਆਂ ਨੇ, ਲਾਲਚ ਵਿੱਚ ਆ ਕੇ ਸਾਰਾ ਕਰਮ ਕਰ ਰਹੇ ਨੇ। ਤੁਸੀਂ ਇਹਨਾਂ ਤੋਂ ਧਿਆਨ ਹਟਾ ਕੇ ਇੱਥੇ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰੋ, ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰੋ, ਤੁਹਾਡੀ ਹਾਜ਼ਰੀ ਇੱਥੇ ਲੱਗ ਜਾਵੇਗੀ। ਇੱਥੋਂ ਤੱਕ ਆਪ ਜੀ ਨੇ ਵਾਲਾ ਇਤਿਹਾਸ ਕੱਲ੍ਹ ਦੇ ਦੀਵਾਨ ਵਿੱਚ ਬੜੇ ਹੀ ਵਿਸਥਾਰ ਦੇ ਨਾਲ ਦੱਸਿਆ ਗਿਆ ਸੀ, ਸਰਵਣ ਕੀਤਾ ਸੀ ਗੁਰੂ ਪਿਆਰਿਓ। ਸੋ ਆਓ ਅੱਗੇ ਲੜੀ ਨੂੰ ਜੋੜਦੇ ਹੋਏ ਅਧਿਆਏ 22ਵਾਂ ਹੈ, ਉਹਦੇ ਵਿੱਚ ਕਵੀ ਜੀ ਕੀ ਕੀ ਫਰਮਾਉਂਦੇ ਨੇ। ਮਨ ਨੂੰ ਕਰੀਏ ਇਕਾਗਰ, ਬਿਰਤੀਆਂ ਨੂੰ ਜੋੜੀਏ ਸਾਹਿਬ ਜੀ ਦੇ ਚਰਨਾਂ ਦੇ ਵਿੱਚ। 9ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ, ਤਿੰਨਾਂ ਦੇ ਪਾਵਨ ਇਤਿਹਾਸ ਨੂੰ ਸਰਵਣ ਕਰੀਏ ਜੀ। ਦੋਹੇਰਾ ਪਈ ਮਸੰਦਨ ਕੋ ਖਬਰ, ਬਸੇ ਨ ਗੁਰੂ ਕਿਰਪਾਲ। ਮਸੰਦਾਂ ਨੂੰ ਜਦੋਂ ਇਹ ਖਬਰ ਪੁੱਜੀ ਨਾ ਕਿ ਅੰਮ੍ਰਿਤਸਰ ਦੇ ਵਿੱਚ ਗੁਰੂ ਜੀ ਹੁਣ ਠਹਿਰੇ ਨਹੀਂ, ਇੱਥੋਂ ਵਾਪਸ ਮੁੜ ਗਏ ਹਨ। ਖਰੇ ਹੋਏ ਹਟ ਕੇ ਗਏ, ਹਮਰੀ ਹੇਰ ਕੁਚਾਲ। ਤੇ ਸਾਡੀ ਜਿਹੜੀ ਇਹ ਕੁਟਚਾਲ ਨੀਤੀ ਦੇਖ ਕੇ ਅੰਮ੍ਰਿਤ ਸਰੋਵਰ ਦੇ ਕੋਲ ਖੜੇ ਹੋ ਕੇ ਵਾਪਸ ਮੁੜ ਗਏ ਹਨ। ਹੁਣ ਚੌਪਈ ਹਰਖਤ ਹੋਏ ਨਿਕਸ ਪੁਨ ਆਏ, ਤਾਂ ਫਿਰ ਪ੍ਰਸੰਨ ਹੋ ਕੇ ਨਾ ਫਿਰ ਬਾਹਰ ਨਿਕਲ ਆਏ ਨੇ। ਇਹਨਾਂ ਨੇ ਜਿਹੜੇ ਦਰਵਾਜ਼ੇ ਲਾਏ ਹੋਏ ਸੀ ਫਿਰ ਉੱਥੋਂ ਬਾਹਰ ਆ ਗਏ ਹਨ, ਖੋਲ ਦਿੱਤੇ ਹਨ। ਲੈ ਉਪੈਣ ਜੋ ਸਿੱਖ ਲਿਆਏ, ਉਹ ਸਾਰੇ ਉਪਹਾਰ ਜੋ ਸਿੱਖ ਲੈ ਕੇ ਆਏ ਸੀ ਨਾ, ਗੁਰੂ ਮਹਾਰਾਜ ਦੇ ਵਾਸਤੇ ਹੀ ਲੈ ਕੇ ਆਉਂਦੇ ਸਨ। ਜੋ ਦਰਬ ਕਣੋ ਦੋ ਕੂਲ ਬਹੁ ਮੁੱਲ, ਬਹੁਤ ਧਨ ਤੇ ਬਹੁਤ ਕੀਮਤੀ ਵਸਤਰ ਜਿਨ੍ਹਾਂ ਦੇ ਵਿੱਚ ਸ਼ਾਮਲ ਸਨ।
ਵਸਤੂ ਅਪਰ ਦੇਹ ਸਿੱਖ ਸੋਲ ਜਿਵੇਂ ਸਿੱਖ ਜਿਹੜੀਆਂ ਹੋਰ ਵਸਤਾਂ ਵੀ ਦੇ ਰਹੇ ਸਨ, ਉਹ ਵੀ ਇਹਨਾਂ ਮਸੰਦਾਂ ਨੇ ਲੈਣੀਆਂ ਕੀਤੀਆਂ ਹਨ। ਸਿੱਖਨ ਕੋ ਮੇਲਾ ਵੱਡ ਹੋਵਾ ਫਿਰ ਵਿਸਾਖੀ ਦਾ ਜਿਹੜਾ ਦਿਹਾੜਾ ਹੈ, ਜਦੋਂ ਉਹ ਆਇਆ ਨਾ, ਸਿੱਖਾਂ ਦਾ ਬਹੁਤ ਵੱਡਾ ਉੱਥੇ ਗਿਣਤੀ ਵਿੱਚ ਇਕੱਠ ਹੋਇਆ, ਮੇਲਾ ਲੱਗ ਗਿਆ ਹੈ। ਮੰਝ ਹਰ ਮੰਦਰ ਬਰ ਜੋਵਾ ਸੰਗਤਾਂ ਇਸ਼ਨਾਨ ਕਰਦੀਆਂ, ਇਸ਼ਨਾਨ ਕਰਨ ਤੋਂ ਬਾਅਦ ਹਰਿਮੰਦਰ ਸਾਹਿਬ ਵਿੱਚ ਜਾਂਦੀਆਂ, ਨਤਮਸਤਕ ਹੁੰਦੀਆਂ ਹਨ। ਪੰਚਾਮ੍ਰਿਤ ਕਰਵਾਏ ਲਿਆਵੇ ਕੜਾਹ ਪ੍ਰਸ਼ਾਦ ਤਿਆਰ ਕਰਵਾ ਕੇ ਲਿਆਉਂਦੇ ਨੇ। ਫਿਰ ਇਸ ਪ੍ਰਕਾਰ ਸਿੱਖ ਤੇ ਕੜਾਹ ਪ੍ਰਸ਼ਾਦ ਪੰਚਾਮ੍ਰਿਤ ਤਿਆਰ ਕਰਵਾ ਕੇ ਕਰ ਬੰਦਨ ਅਰਦਾਸ ਅਲਾਵੇ ਬੰਦਨਾ ਕਰਕੇ ਅਰਦਾਸ ਕਰਦੇ ਹਨ। ਸੰਗਤ ਜੀ, ਮੱਖਣ ਸਿੱਖ ਕੀਨਸ ਇਸ਼ਨਾਨ ਇਦਾਂ ਫਿਰ ਗੁਰੂ ਮਹਾਰਾਜ ਨੇ ਹੁਕਮ ਕੀਤਾ। ਹੁਣ ਭਾਈ ਮੱਖਣ ਸ਼ਾਹ ਨੇ ਵੀ ਇਸ਼ਨਾਨ ਕੀਤਾ ਅੰਮ੍ਰਿਤ ਸਰੋਵਰ ਦੇ ਵਿੱਚ। ਆਦਿਕ ਭਾਵਨਾ ਉਰਮੈ ਠਾਨ ਹਿਰਦੇ ਦੇ ਵਿੱਚ ਬਹੁਤ ਪਿਆਰ ਵਾਲੀ ਭਾਵਨਾ ਧਾਰਨ ਕੀਤੀ ਹੋਈ ਹੈ, ਜਿਨ੍ਹਾਂ ਨੇ ਪਹਿਰੀ ਪੋਸਸ ਪੁਨੈ ਨਵੀਨ ਇਸ਼ਨਾਨ ਕਰਕੇ ਫਿਰ ਸੁੰਦਰ ਪੋਸ਼ਾਕ ਆ ਜਿਹੜੀ ਪਹਿਨਣੀ ਕੀਤੀ ਹੈ ਜੀ। ਪੰਚਾਮ੍ਰਿਤ ਕਰ ਸੰਗੇ ਲੀਨ ਕੜਾਹ ਪ੍ਰਸ਼ਾਦ ਤਿਆਰ ਕਰਕੇ ਨਾਲ ਲੈ ਲਿਆ, ਜਿਵੇਂ ਜਿਵੇਂ ਗੁਰੂ ਜੀ ਨੇ ਹੁਕਮ ਕੀਤਾ ਸੀ ਇਹਨਾਂ ਨੂੰ। ਸ੍ਰੀ ਹਰਿਮੰਦਰ ਕੋ ਤਬ ਗਇਓ ਫਿਰ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਜਾਣਾ ਕੀਤਾ ਹੈ। ਹਾਥ ਜੋੜ ਨਰਮੀ ਬਹੁ ਭਇਓ ਹੱਥ ਜੋੜ ਕੇ ਬਹੁਤ ਸਿਨਮਰ ਹੋ ਗਿਆ ਹੈ। ਫਿਰ ਨਮਸਕਾਰ ਕਰ ਬਾਰੰਗਬਾਰ ਬਾਰ ਨਮਸਕਾਰ ਕੀਤੀ ਹੈ ਅੰਦਰ ਜਾ ਕੇ। ਪੁਨ ਅਰਦਾਸ ਕਰੀ ਔਦਾਰ ਫਿਰ ਬਹੁਤ ਉੱਤਮ ਵਸਤਾਂ ਜਿਹੜੀਆਂ ਨੇ ਉਹਨਾਂ ਦੀ ਅਰਦਾਸ ਕਰਵਾਈ ਹੈ ਅੰਦਰ ਗੁਰੂ ਮਹਾਰਾਜ ਦੇ ਪਾਸ। ਪੰਚਾਮ੍ਰਿਤ ਕੋ ਤਬ ਵੰਡਵਾਏ ਤੇ ਲਿਆਂਦਾ ਹੋਇਆ ਕੜਾਹ ਪ੍ਰਸ਼ਾਦ ਫਿਰ ਸੰਗਤਾਂ ਵਿੱਚ ਵੰਡ ਦਿੱਤਾ ਹੈ। ਇਕੱਠੇ ਭੇ ਮਸੰਦ ਸਮੁਦਾਏ ਸਾਰੇ ਮਸੰਦ ਫਿਰ ਇਕੱਠੇ ਹੋ ਕੇ ਆ ਗਏ ਨੇ। ਜਦੋਂ ਆਸੇ ਪਾਸੇ ਘੇਰਾ ਪਾਉਣਾ ਚਾਹਿਆ ਹੈ, ਤਨ ਸਭ ਕੋ ਪਿਖ ਮੱਖਣ ਕਹਿਓ ਉਹਨਾਂ ਸਾਰਿਆਂ ਦੇ ਸਰੀਰਾਂ ਵੱਲ ਦੇਖ ਕੇ ਭਾਈ ਮੱਖਣ ਸ਼ਾਹ ਜੀ ਨੇ ਬਚਨ ਕੀਤੇ ਹਨ। ਤੁਮ ਮੈਂ ਆਦਿਕ ਖੋਟ ਮੈਂ ਲਹਿਓ ਭਾਈ ਮੱਖਣ ਸ਼ਾਹ ਜੀ ਕਹਿਣ ਲੱਗੇ ਸਾਰੇ ਮਸੰਦਾਂ ਨੂੰ ਕਿ ਅਸੀਂ ਤੁਹਾਡੇ ਵਿੱਚ ਬੜੀ ਖੋਟ ਦੇਖੀ ਆ, ਬਹੁਤ ਖੋਟਾਪਣ ਕਹਿੰਦੇ ਮੈਂ ਦੇਖ ਲਿਆ ਤੁਹਾਡੇ ਵਿੱਚ। ਸ੍ਰੀ ਗੁਰ ਕਾਰਨ ਕਰਨ ਕਿਰਪਾਲ ਭਾਵ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਇਸ ਅਸਥਾਨ ਤੇ ਆਏ ਸਨ, ਕਾਰਨ ਕਰਨ ਕਿਰਪਾਲੂ ਹਨ ਜੋ। ਜਲ ਕਰ ਆਈ ਕਰਨ ਨਿਹਾਲ ਉਹ ਤੁਹਾਨੂੰ ਨਿਹਾਲ ਕਰਨ ਵਾਸਤੇ ਆਏ ਸੀ, ਦਰਸ਼ਨ ਕਰਨ ਵਾਸਤੇ ਆਏ ਸੀ ਇਸ ਅਸਥਾਨ ਦੇ। ਤੁਮ ਬੇਮੁਖ ਹੋਏ ਦੂਰੇ ਕਰਨ ਮੈਂ ਪਰ ਤੁਸੀਂ ਸਾਰਿਆਂ ਨੇ ਜਾਣ ਬੁੱਝ ਕੇ ਬੇਮੁਖ ਹੋ ਕੇ ਘਰਾਂ ਵਿੱਚ ਲੁਕਣਾ ਕੀਤਾ ਹੈ। ਨੈ ਦਰਸ਼ਨ ਕੀਨ ਸਤਿਸ ਸ਼ਨ ਮੈਂ ਜਦੋਂ ਗੁਰੂ ਤੇਗ ਬਹਾਦਰ ਜੀ ਆਏ ਨੇ, ਉਸ ਸਮੇਂ ਉਹਨਾਂ ਦੇ ਤੁਸੀਂ ਦਰਸ਼ਨ ਵੀ ਨਹੀਂ ਕੀਤੇ ਹਨ। ਨੈ ਸਨਮਾਨ ਕੀਨ ਤਨ ਕੇਰਾ ਉਹਨਾਂ ਦਾ ਸਨਮਾਨ ਵੀ ਨਹੀਂ ਕੀਤਾ ਹੈ ਤੁਸੀਂ। ਇਹ ਕਿਆ ਕੀਨ ਸੁਖੋਟ ਬਡੇਰਾ ਇਹ ਏਡਾ ਵੱਡਾ ਖੋਟਾ ਕਰਮ ਕਮਾਇਆ ਕਿ ਉਹਨਾਂ ਨੂੰ ਦੇਖ ਕੇ ਕੁੰਡੇ ਅੰਦਰੋਂ ਲਾ ਲਏ ਨੇ, ਦਰਵਾਜ਼ੇ ਹੀ ਬੰਦ ਕਰ ਲਏ। ਭਾਈ ਮੱਖਣ ਸ਼ਾਹ ਜੀ ਫਿਰ ਸਾਰੇ ਮਸੰਦਾਂ ਨੂੰ ਕਹਿ ਰਹੇ ਨੇ, ਜਦੋਂ ਗੁਰੂ ਜੀ ਇੱਥੇ ਆਏ ਤੁਹਾਨੂੰ ਨਿਹਾਲ ਕਰਨਾ ਸੀ, ਤੁਹਾਨੂੰ ਸਨਮਾਨ ਕਰਕੇ ਨਿਵਾਜਣਾ ਸੀ, ਪਰ ਤੁਸੀਂ ਅੰਦਰੋਂ ਬੂਹੇ ਦਰਵਾਜ਼ੇ ਹੀ ਲਾ ਲਏ ਨੇ। ਏਡਾ ਵੱਡਾ ਖੋਟਾ ਕੰਮ ਕਿਉਂ ਕੀਤਾ ਹੈ? ਸਿਮਾ ਬੰਤ ਗੁਰ ਕਹੈ ਨ ਕਾਹੂ ਗੁਰੂ ਮਹਾਰਾਜ ਦਾ ਸੁਭਾਅ ਤਾਂ ਸ਼ਿਮਾਵੰਤਾ, ਭਾਵ ਕੀ ਮਾਫ ਕਰਨ ਵਾਲਾ ਉਹਨਾਂ ਦਾ ਦਿਲ ਸਦਾ ਹੀ ਹੈ। ਨਾਹੇ ਤਾਂ ਬਿਰਤ ਪੈਰਤ ਤੁਮ ਮਾਹੋ ਉਹ ਕਦੇ ਵੀ ਕਿਸੇ ਨੂੰ ਕੁਝ ਨਹੀਂ ਕਹਿੰਦੇ ਨੇ, ਇਸ ਕਰਕੇ ਨਹੀਂ ਤਾਂ ਕਹਿੰਦੇ ਤੁਹਾਡੇ ਤੇ ਬਿਪਤਾ ਪੈਣੀ ਸੀ। ਜੇ ਗੁਰੂ ਮਹਾਰਾਜ ਕੁਝ ਬਚਨ ਕਰ ਦਿੰਦੇ,
ਇਸ ਕਰਕੇ ਉਹ ਸਦਾ ਹੀ ਮਾਫ ਕਰ ਦਿੰਦੇ ਹਨ ਗੁਨਾਹਾਂ ਨੂੰ। ਇਹ ਅਪਰਾਧ ਜੇ ਤੁਮ ਤੇ ਭਇਓ। ਸਾਰੇ ਮਸੰਦਾਂ ਨੂੰ ਕਹਿਣ ਲੱਗੇ ਭਾਈ ਮੱਖਣ ਸ਼ਾਹ ਕਿ ਤੁਹਾਡੇ ਤੋਂ ਵੱਡਾ ਅਪਰਾਧ ਹੋਇਆ ਜਿਹੜਾ ਗੁਰੂ ਤੇਗ ਬਹਾਦਰ ਜੀ ਨੂੰ ਦੇਖ ਕੇ ਅੰਦਰੋਂ ਦਰਵਾਜ਼ੇ ਬੰਦ ਕਰ ਲਏ ਹਨ। ਨਹੀਂ ਵਿਚਾਰਨ ਔਰ ਕਿਸ ਕੀਓ। ਉਹਨਾਂ ਨੇ ਹਿਰਦੇ ਵਿੱਚ ਕੁਝ ਵੀ ਨਹੀਂ ਵਿਚਾਰਿਆ ਹੈ। ਤੋ ਆਪਣੀ ਸੰਤਨ ਕੇਰਾ। ਫਿਰ ਵੀ ਤੁਸੀਂ ਆਪਣੀ ਜਿਹੜੀ ਅਗਲੀ ਪੀੜ੍ਹੀ ਆ ਉਹਨਾਂ ਲਈ ਵੀ ਕੰਡੇ ਬੀਜ ਦਿੱਤੇ ਨੇ। ਭਾਵ ਕਿ ਤੁਸੀਂ ਆਪਣੀ ਸੰਤਾਨ ਲਈ ਵੀ ਬਹੁਤ ਬੁਰਾ ਕਰਮ ਕਰ ਲਿਆ ਹੈ। ਕੀਨ ਬੁਰਾ ਲੈ ਕਸ਼ਟ ਵਡੇਰਾ। ਇਹ ਜਿਹੜੇ ਗੁਰੂ ਮਹਾਰਾਜ ਨੂੰ ਦੇਖ ਕੇ ਦਰਵਾਜ਼ਿਆਂ ਨੂੰ ਜਿੰਦੇ ਲਾਏ ਸੀ, ਦਰਵਾਜ਼ੇ ਲਾ ਲਏ ਸੀ ਨਾ, ਤੇ ਇਹਦਾ ਤੁਹਾਨੂੰ ਵੱਡਾ ਕਸ਼ਟ ਭੁਗਤਣਾ ਹੀ ਪਵੇਗਾ। ਪ੍ਰਮਾਤਮਾ ਸਜ਼ਾ ਦੇਵੇਗਾ ਤੁਹਾਨੂੰ ਹੁਣ। ਵਾਕਨ ਤੇ ਹੀ ਸੁਖ ਦੁਖ ਦਾਤਾ। ਇਸ ਕਰਕੇ ਆਪਣੇ ਸ਼ੁਭ ਬਚਨਾਂ ਦੇ ਨਾਲ ਹੀ ਜਿਹੜੇ ਸੁੱਖ ਤੇ ਗਿਆਨ ਦੇ ਸਾਗਰ ਨੇ, ਸੁੱਖਾਂ ਦੇ ਦਾਤੇ ਹਨ। ਅਸ ਸਤਿਗੁਰ ਤਮ ਕਿਉ ਨਹੀਂ ਜਾਤਾ। ਉਹਨਾਂ ਗੁਰੂ ਜੀ ਨੂੰ ਤੁਸੀਂ ਸਤਿਗੁਰ ਕਰਕੇ ਨਹੀਂ ਜਾਣਿਆ। ਜੇ ਗੁਰੂ ਮੰਨਿਆ ਹੁੰਦਾ ਤੇ ਦਰਵਾਜ਼ੇ ਕਦੇ ਨਾ ਬੰਦ ਕਰਦੇ, ਪਰ ਤੁਸੀਂ ਉਹਨਾਂ ਨੂੰ ਗੁਰੂ ਨਹੀਂ ਜਾਣਿਆ। ਸਤਿਗੁਰੂ ਕਿਉਂ ਨਹੀਂ ਜਾਣਿਆ ਹੈ? ਦੇਖਨ ਵੱਡ ਕੁਠਾਰ ਨੇ ਹਾਥ। ਇਹ ਕਰਮ ਐਸਾ ਹੀ ਆ ਜਿਵੇਂ ਕੋਈ ਤਿੱਖਾ ਕੁਹਾੜਾ ਕਰ ਲਵੇ ਤੇ ਉਹਨੂੰ ਆਪਣੇ ਹੱਥਾਂ ਵਿੱਚ ਫੜ ਕੇ ਫਿਰ ਨਿਜ ਪਗ ਹਤਿਓ ਮੂੜਤਾ ਸਾਥ। ਤੇ ਉਹ ਮੂਰਖਤਾ ਦੇ ਨਾਲ ਉਹ ਕੁਹਾੜਾ ਆਪਣੇ ਪੈਰਾਂ ਤੇ ਚਲਾ ਲਵੇ। ਐਵੇਂ ਤੁਸੀਂ ਵੀ ਕਰ ਲਿਆ। ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹਾਥ। ਤੁਸੀਂ ਵੀ ਆਪਣੇ ਪੈਰਾਂ ਤੇ ਕੁਹਾੜਾ ਹੀ ਮਾਰ ਲਿਆ। ਗੁਰੂ ਤੇਗ ਬਹਾਦਰ ਜੀ ਨੂੰ ਦੇਖ ਕੇ ਜਿਹੜੇ ਜਿੰਦੇ ਲਾਏ ਸੀ, ਦਰਵਾਜ਼ੇ ਬੰਦ ਕੀਤੇ ਹਨ। ਅਬ ਹੀ ਫਲ ਤੇ ਤੁਮ ਪਾਏ। ਜੇ ਗੁਰੂ ਜੀ ਚਾਹੁੰਦੇ ਦੀ ਸਜ਼ਾ ਤੁਹਾਨੂੰ ਹੁਣੇ ਹੀ ਦੇ ਸਕਦੇ ਸੀ। ਇੰਨੇ ਸਮਰੱਥ ਨੇ। ਇਧਰੋਂ ਤੁਸੀਂ ਜਿੰਦੇ ਲਾਏ, ਉਹਨਾਂ ਨੂੰ ਦੇਖ ਕੇ ਕੁੰਡੇ ਲਾਏ, ਦਰਵਾਜ਼ੇ ਲਾਏ, ਉਧਰੋਂ ਤੁਹਾਨੂੰ ਫਲ ਮਿਲ ਜਾਂਦਾ। ਇਹ ਵੀ ਕਰ ਸਕਦੇ। ਇੰਨੇ ਸਮਰੱਥ ਹਨ ਗੁਰੂ ਜੀ। ਪਰ ਸਤਿਗੁਰ ਕੀ ਜਥਾ ਰਜਾਏ। ਪਰ ਇਹ ਵੀ ਸਤਿਗੁਰੂ ਜੀ ਦੀ ਰਜਾਈ ਜਾਣੋ। ਇਹ ਗੁਰੂ ਦਾ ਹੁਕਮ ਜਾਣੋ ਕਿ ਉਹਨਾਂ ਨੇ ਤੁਹਾਨੂੰ ਕੁਝ ਨਹੀਂ ਆਖਿਆ ਹੈ। ਸੁਣ ਮਸੰਦ ਬੋਲੇ ਧਰ ਤਰਾਸ। ਇਹ ਸੁਣ ਕੇ ਫਿਰ ਸਾਰੇ ਮਸੰਦ ਜਿਹੜੇ ਘਬਰਾ ਗਏ ਨੇ, ਡਰ ਗਏ ਨੇ ਤੇ ਕਹਿਣ ਲੱਗੇ, ਓ ਮੱਖਣ ਸੁਣ ਕਹਿ ਤੁਝ ਪਾਸ। ਕਹਿੰਦੇ ਹੇ ਮੱਖਣ ਸ਼ਾਹ ਸੁਣੋ, ਫਿਰ ਅਸੀਂ ਵੀ ਕੁਝ ਕਹਿਣਾ ਚਾਹੁੰਦੇ ਹਾਂ। ਇਹ ਪ੍ਰਤਾਪ ਗੁਰਨ ਕੋ ਸਾਰਾ। ਕਹਿੰਦੇ ਸਾਰਾ ਗੁਰੂ ਦਾ ਹੀ ਪ੍ਰਤਾਪ ਹੁੰਦਾ ਹੈ। ਸਭ ਹਿਨ ਪਰ ਤਨ ਕੋ ਉਪਕਾਰਾ। ਉਹ ਤਾਂ ਸਾਰਿਆਂ ਤੇ ਹੀ ਪਰਉਪਕਾਰ ਕਰਦੇ ਹਨ ਜੋ ਗੁਰੂ ਜੀ ਹੁੰਦੇ ਹਨ। ਰਣ ਜੈ ਕਰ ਸ੍ਰੀ ਹਰਿ ਗੋਬਿੰਦ। ਜਿਵੇਂ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸੀ, ਯੁੱਧ ਦੇ ਮੈਦਾਨ ਦੇ ਵਿੱਚ, ਯੁੱਧ ਦੇ ਮੈਦਾਨ ਦੇ ਵਿੱਚ ਜਦੋਂ ਯੁੱਧ ਕਰਿਆ ਕਰਦੇ ਸਨ, ਕਰੇ ਨਾਥ ਦਲ ਤੁਰਕ ਬਿਲੰਦ। ਤਾਂ ਉਹ ਦੁਸ਼ਟਾਂ ਦੇ ਵੱਡੇ ਦਲ ਨੂੰ ਖਤਮ ਕਰ ਦਿੰਦੇ ਸੀ, ਉਹਨਾਂ ਦਾ ਨਾਸ਼ ਕਰ ਦਿਆ ਕਰਦੇ ਸਨ ਜੀ। ਤਬ ਕੋ ਕਰਤ ਈਰਖਾ ਦਰੋਹੀ। ਉਦੋਂ ਦੇ ਹੀ ਜਿਹੜੇ ਧਰੋਹੀ ਨੇ ਤੇ ਈਰਖਾ ਕਰਦੇ ਆਏ ਹਨ ਗੁਰੂਆਂ ਦੇ ਨਾਲ। ਜੋ ਸਤ ਬਾਤ ਕਹਿਤ ਹੈ ਤੋਹੀ। ਇਸ ਕਰਕੇ ਅਸੀਂ ਤੁਹਾਨੂੰ ਸੱਚੀ ਗੱਲ ਕਹਿੰਦੇ ਹਾਂ, ਉਹਨੂੰ ਆਪ ਜੀ ਮੰਨਣਾ ਕਰੋ। ਸ੍ਰੀ ਹਰਿ ਰਾਏ ਗੁਰੂ ਪੁਨ ਭੈ। 6ਵੇਂ ਪਾਤਸ਼ਾਹ ਤੋਂ ਬਾਅਦ ਗੁਰੂ ਹਰਿ ਰਾਏ ਜੀ ਜਦੋਂ ਗੁਰੂ ਬਣੇ ਹਨ, ਨਹੀਂ ਸਦਾਸਰ ਬਾਸੋ ਕੈ। ਉਹ ਵੀ ਅੰਮ੍ਰਿਤਸਰ ਆ ਕੇ ਨਹੀਂ ਵਸੇ ਨੇ, ਉਹਨਾਂ ਵੀ ਇੱਥੇ ਆਉਣਾ ਨਹੀਂ ਕੀਤਾ ਹੈ। ਸੁਣ ਕਰ ਜੇ ਮਲੇਸ਼ ਸਮੁਦਾਏ। ਇਵੇਂ ਸੁਣ ਕੇ ਜੋ ਕੁਝ ਮਲੇਸ਼ ਸੀ ਇਕੱਠੇ ਹੋ ਗਏ ਨੇ, ਇੱਥੇ ਆ ਗਏ ਹਨ ਇਕੱਠੇ ਹੋ ਕੇ। ਆਏ ਵਿਗਾੜ ਕਰੇ ਇਸ ਥਾਏ। ਐਵੇਂ ਫਿਰ ਇੱਥੇ ਵਿਗਾੜ ਕਰਨ, ਹਿਰਦੇ ਵਿੱਚ ਗਿਣਤੀਆਂ ਕਰਦੇ ਨੇ, ਵਿਗਾੜ ਪਾਉਣਾ ਚਾਹੁੰਦੇ ਹਨ ਗੁਰੂ ਦੇ ਨਾਲ। ਇਤਿਆਤਕ ਔਰ ਘਟੀ ਵਿਚਾਰ। ਇਵੇਂ ਘਟੀਆ ਤਰ੍ਹਾਂ ਦੀਆਂ ਵਿਚਾਰਾਂ ਉਹਨਾਂ ਨੇ ਹਿਰਦੇ ਵਿੱਚ ਕੀਤੀਆਂ ਹਨ। ਜਦੋਂ ਨਹੀਂ ਆਏ ਬੈਠੇ ਦਰਬਾਰ। ਇੱਥੇ ਦਰਬਾਰ ਦੇ ਵਿੱਚ ਆ ਕੇ ਨਹੀਂ ਬੈਠੇ ਨੇ, ਭਾਵ ਕਿ ਸਾਨੂੰ ਵੀ ਗੁਰੂਆਂ ਦੇ ਬਾਰੇ ਕੁਝ ਪਤਾ
ਨਹੀਂ ਲੱਗ ਸਕਿਆ ਹੈ ਇਹ ਅਬ ਕੋ ਪੇ ਗੁਰੂ ਨ ਕਿ ਨੀਕੈ ਕੌਣ ਹੈ ਸੱਚਾ ਗੁਰੂ, ਇਸ ਗੱਲ ਦੀ ਸਾਨੂੰ ਅੱਜ ਤੱਕ ਪਰਖ ਨਹੀਂ ਹੋਈ ਹੈ। ਸਕਲ ਮਸੰਦਨ ਕੀਏ ਨ ਠੀਕੈ ਇਸ ਕਰਕੇ ਅਸੀਂ ਸਾਰੇ ਮਸੰਦਾਂ ਨੇ ਠੀਕ ਨਾ ਜਾਣਿਆ, ਜਦੋਂ ਗੁਰੂ ਦੀ ਸਾਨੂੰ ਪਛਾਣ ਹੀ ਨਹੀਂ ਹੋਈ ਹੈ। ਬਰਸੰ ਸੇ ਮੈਂ ਸਗਰੀ ਸੰਗਤ ਤੇ ਸਾਰੀ ਸੰਗਤ ਵੀ ਸੰਸਿਆਂ ਦੇ ਵਿੱਚ ਰਹਿੰਦੀ, ਉਹਨਾਂ ਨੂੰ ਵੀ ਪਤਾ ਨਹੀਂ ਲੱਗਦਾ ਸੱਚਾ ਗੁਰੂ ਕੌਣ ਹੈ ਇਹਨਾਂ ਵਿੱਚੋਂ। ਨਿਸ਼ਚੈ ਕਿਉ ਨ ਸਿੱਖਿਆਨ ਪੰਗਤ ਸਿੱਖਾਂ ਦਾ ਵੀ ਕੋਈ ਨਿਸ਼ਚਾ ਨਹੀਂ ਹੋ ਸਕਿਆ, ਕਿਸੇ ਨੂੰ ਵੀ ਵਿਸ਼ਵਾਸ ਨਹੀਂ, ਬਹੁਤ ਗੁਰੂ ਬਣ ਕੇ ਬੈਠੇ ਹੋਏ ਨੇ। ਨਹੀਂ ਉਪੈਨ ਕਤ ਕੀ ਆਈ ਇਵੇਂ ਹੁਣ ਕਿਸੇ ਪਾਸੇ ਤੋਂ ਵੀ ਉਪਹਾਰ ਨਹੀਂ ਆਉਂਦੇ, ਤੋਹਫੇ ਨਜ਼ਰਾਨੇ ਨਹੀਂ ਆਉਂਦੇ ਹਨ। ਕੀਰਤ ਕਿਤੇ ਨਹੀਂ ਬਥਰਾਈ ਕਿਤੇ ਵੀ ਗੁਰੂ ਹਰ ਰਾਏ ਜੀ ਤੋਂ ਬਾਅਦ ਫਿਰ ਇਸ ਸਥਾਨ ਤੇ ਕਿਸੇ ਵੀ ਗੁਰੂ ਦੀ ਕੀਰਤੀ ਨਹੀਂ ਫੈਲੀ ਹੈ। ਜਬ ਇੱਕ ਆਨ ਹੋਏ ਸਭ ਜਾਨ ਜਦੋਂ ਕੋਈ ਇੱਕ ਗੁਰੂ ਆ ਕੇ ਪ੍ਰਗਟ ਹੋਵੇਗਾ ਤੇ ਸਭਨਾਂ ਦੇ ਵਿੱਚ ਜਾਣਿਆ ਜਾਵੇਗਾ ਕਿ ਇਹ ਗੁਰੂ ਹੈ, ਪਰ ਅਜੇ ਤੱਕ ਅੰਮ੍ਰਿਤਸਰ ਦੇ ਵਿੱਚ ਕੋਈ ਗੁਰੂ ਨਹੀਂ ਬਣਿਆ ਹੈ। ਹੰਪੀ ਦਾਸ ਲਈ ਮਨ ਮਾਨ ਕਹਿੰਦੇ ਜਦੋਂ ਗੁਰੂ ਪ੍ਰਗਟ ਹੋਵੇਗਾ ਅਸੀਂ ਵੀ ਮੰਨ ਲਵਾਂਗੇ ਕਿ ਇਹ ਗੁਰੂ ਆ। ਤਾਂ ਇਦਾਂ ਫਿਰ ਮਸੰਦਾਂ ਨੇ ਭਾਈ ਮੱਖਣ ਸ਼ਾਹ ਜੀ ਨੇ ਜਦੋਂ ਤਾੜਨਾ ਕੀਤੀ, ਸਮਝਾਇਆ, ਤਾਂ ਉਹਨਾਂ ਨੇ ਇਹ ਉੱਤਰ ਦਿੱਤਾ ਕਿ ਸਾਨੂੰ ਵਿਸ਼ਵਾਸ ਨਹੀਂ ਕਿ ਗੁਰੂ ਤੇਗ ਬਹਾਦਰ ਜੀ ਨੂੰ ਤੁਸੀਂ ਗੁਰੂ ਕਹਿੰਦੇ ਹੋ ਤੇ ਉਹ ਗੁਰੂ ਹੈ, ਸਾਡੇ ਲਈ ਉਹ ਗੁਰੂ ਅਜੇ ਨਹੀਂ। ਜਦੋਂ ਸੰਗਤਾਂ ਉਹਨਾਂ ਨੂੰ ਗੁਰੂ ਮੰਨਣਗੀਆਂ ਜਾਂ ਉਹ ਗੁਰੂ ਵਾਲਾ ਕੁਝ ਕਰਕੇ ਦਿਖਾਉਣਗੇ ਤਾਂ ਅਸੀਂ ਵੀ ਮੰਨ ਲਾਂਗੇ। ਤਾਂ ਉਹਨਾਂ ਦਾ ਜਿਹੜਾ ਜਵਾਬ ਸੀ ਪੂਰਾ ਸਾਰਥਕ ਨਹੀਂ ਬਣਦਾ, ਕਿਉਂਕਿ ਜੇ ਉਹ ਗੁਰੂ ਸਾਹਿਬ ਨੂੰ ਗੁਰੂ ਨਹੀਂ ਮੰਨਦੇ ਫਿਰ ਉਹ ਦਰਵਾਜ਼ੇ ਉਹਨਾਂ ਨੂੰ ਬੰਦ ਕਰਨ ਦੀ ਕੀ ਲੋੜ ਹੈ। ਤਾਂ ਗੁਰੂ ਨੂੰ ਸੰਗਤ ਰੂਪ ਵਿੱਚ ਵੀ ਆਉਣ ਦੇ ਸਕਦੇ ਸੀ, ਤਾਂ ਉਹਨਾਂ ਨੂੰ ਦਰਵਾਜ਼ੇ ਬੰਦ ਕਰਨ ਦੀ ਕੀ ਲੋੜ ਸੀ। ਤਾਂ ਜੋ ਉਹਨਾਂ ਨੇ ਦਰਵਾਜ਼ੇ ਬੰਦ ਕੀਤੇ ਨੇ, ਤਾਂ ਇੱਥੋਂ ਪਤਾ ਲੱਗਦਾ ਕਿ ਉਹਨਾਂ ਦੇ ਮਨ ਵਿੱਚ ਕਿਤੇ ਨਾ ਕਿਤੇ ਇੱਕ ਪਾਪ ਤੇ ਲਾਲਚ ਲੁਕਿਆ ਸੀ ਤੇ ਡਰ ਵੀ ਲੁਕਿਆ ਸੀ, ਜਿਹਦੇ ਕਰਕੇ ਗੁਰੂ ਮਹਾਰਾਜ ਦੇ ਦਰਸ਼ਨ ਨਹੀਂ ਨਾ ਕੀਤੇ। ਤੇ ਹੁਣ ਉਹਨਾਂ ਦੀਆਂ ਸਾਰੀਆਂ ਗੱਲਾਂ ਭਾਈ ਮੱਖਣ ਸ਼ਾਹ ਨੇ ਸੁਣੀਆਂ ਨੇ, ਸਮਝੀਆਂ ਨੇ, ਤੇ ਇਉਂ ਉੱਤਰ ਦੇ ਰਹੇ ਹਨ ਉਹਨਾਂ ਨੂੰ। ਸੁਣ ਮੱਖਣ ਨੇ ਪੁੰਨ ਸਮਝਾਏ ਭਾਈ ਮੱਖਣ ਸ਼ਾਹ ਜੀ ਫਿਰ ਉਹਨਾਂ ਨੂੰ ਕੱਲੀ ਕੱਲੀ ਗੱਲ ਜਿਵੇਂ ਹੱਡ ਬੀਤੀ ਸੀ ਉਹਨਾਂ ਨਾਲ, ਆਪ ਜੀ ਪਿੱਛੇ ਸਰਵਣ ਕਰਕੇ ਆਏ ਹੋ ਤਾਂ ਸਾਰੀ ਗੱਲ ਇਉਂ ਸਮਝਾਈ ਹੈ ਜੀ। ਸ੍ਰੀ ਹਰਿ ਕ੍ਰਿਸ਼ਨ ਬਾਖ ਕੋ ਗਾਏ ਕਹਿੰਦੇ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ 8ਵੇਂ ਪਾਤਸ਼ਾਹ ਜੀ ਜਦੋਂ ਗੱਦੀ ਤੇ ਬੈਠੇ ਨੇ ਤੇ ਦਿੱਲੀ ਦੀ ਧਰਤੀ ਦੇ ਉੱਪਰ ਜੋਤੀ ਜੋਤ ਸਮਾਏ, ਉਸ ਤੋਂ ਪਹਿਲਾਂ ਉਹਨਾਂ ਨੇ ਜਿਹੜੇ ਬਚਨ ਕੀਤੇ ਹਨ। ਬਾਬਾ ਕਹੋ ਬਕਾਲੇ ਮਾਹੇ ਇਹ ਕਿਹਾ ਸੀ ਕਿ ਬਾਬਾ ਜੀ ਜਿਹੜੇ ਅਗਲੇ ਬਾਬਾ ਜੀ ਹਨ ਉਹ ਬਕਾਲੇ ਵਿੱਚ ਵਸਦੇ ਹਨ ਜੀ। ਸੋ ਇਹ ਪ੍ਰਗਟੇ ਰੁਕੇ ਨ ਕਾਹੇ ਇਸ ਕਰਕੇ ਹੀ ਤਾਂ ਗੁਰੂ ਤੇਗ ਬਹਾਦਰ ਜੀ ਬਕਾਲੇ ਵਿੱਚ ਰਹਿੰਦੇ ਸੀ ਤੇ ਇਹੀ ਗੁਰੂ ਪ੍ਰਗਟ ਹੋਏ ਹਨ, ਹੁਣ ਰੁਕੇ ਨਹੀਂ ਹਨ। ਆਪਣੀ ਕਥਾ ਸੋ ਅਖਲ ਸੁਣਾਈ ਫਿਰ ਭਾਈ ਮੱਖਣ ਸ਼ਾਹ ਜੀ ਨੇ ਸਾਰੀ ਆਪਦੀ ਜਿਹੜੀ ਕਥਾ ਹੱਡ ਬੀਤੀ ਸੀ ਨਾ, ਸਾਰੀ ਗੱਲ ਸੁਣਾ ਦਿੱਤੀ ਹੈ। ਉਹਨੇ ਸਪਨ ਕੋ ਡਰ ਉਪਜਾਏ ਸਾਰਿਆਂ ਨੂੰ ਭਾਵ ਕੀ ਸਮਝਾਇਆ ਤੇ ਸਾਰਿਆਂ ਦੇ ਹਿਰਦੇ ਸਹਿਮ ਗਏ ਕਿ ਗੁਰੂ ਤਾਂ ਅੰਤਰਜਾਮੀ ਹੈ। ਜੋ ਗੁਰੂ ਤੇਗ ਬਹਾਦਰ ਜੀ ਨੇ ਦੱਸ ਦਿੱਤਾ ਨਾ ਕਿ ਮੈਂ ਇੱਕ ਵਪਾਰੀ ਸੀ ਤੇ ਮੈਂ ਜਹਾਜ਼ ਲੈ ਕੇ ਜਾ ਰਿਹਾ ਸੀ, ਵਿੱਚ ਬਹੁਤ ਕੀਮਤੀ ਸਮਾਨ ਤੇ ਕੁਝ ਮੇਰੇ ਸਾਥੀ ਤੇ ਕੁਝ ਹੋਰ ਛੋਟੇ ਵਪਾਰੀ ਨਾਲ ਜਹਾਜ਼ ਇੱਕ ਟਾਪੂ ਵਿੱਚ ਫਸ ਗਿਆ ਤੇ ਮੈਂ ਇੱਕ ਸੁਖਣਾ ਸੁਖੀ ਗੁਰੂ ਮਹਾਰਾਜ ਅੱਗੇ ਕਿ ਮੇਰਾ ਫਸਿਆ ਜਹਾਜ਼ ਗੁਰੂ ਨਾਨਕ ਦੀ ਗੱਦੀ ਤੇ ਜਿਹੜੇ ਬੈਠੇ ਨੇ ਉਹ ਕੱਢ ਦੇਣਗੇ ਤੇ ਮੈਂ ਆ ਕੇ 500 ਮੋਹਰਾਂ ਦੇਵਾਂਗਾ, ਸੋਨੇ ਦੀਆਂ ਮੋਹਰਾਂ ਚੜਾਵਾਂਗਾ। ਦੇ ਪਹਿਲਾਂ ਜ਼ੋਰ ਬਹੁਤ ਲਾਇਆ, ਫਸਿਆ ਜਹਾਜ਼ ਨਿਕਲਿਆ ਹੀ ਨਹੀਂ। ਅਰਦਾਸ ਕਰਕੇ ਜਦੋਂ ਜ਼ੋਰ ਲੱਗਾ, ਇਸ ਪ੍ਰਕਾਰ ਫਸਿਆ ਜਹਾਜ਼ ਨਿਕਲ ਗਿਆ। ਤੇ ਜਦੋਂ ਮੈਂ ਇੱਥੇ ਆਇਆ ਫਿਰ ਪਤਾ ਲੱਗਾ ਕਿ 8ਵੇਂ ਪਾਤਸ਼ਾਹ ਜੀ ਸੀ, ਪਰ ਉਹ ਜੋਤੀ ਜੋਤ ਸਮਾ ਗਏ। 9ਵੇਂ ਗੁਰੂ ਜੀ ਜਿਹੜੇ ਨੇ ਤੇ ਉਹ ਕਹਿ ਗਏ ਨੇ ਜਾਂਦੇ ਹੋਏ, ਉਹ ਤਾਂ ਬਕਾਲੇ ਹੀ ਰਹਿੰਦੇ ਨੇ। ਮੈਂ ਬਕਾਲੇ ਆਇਆ ਤੇ 22 ਇੱਥੇ ਗੁਰੂ, 1 ਨਹੀਂ 2 ਨਹੀਂ 3 ਨਹੀਂ 22 ਗੁਰੂ ਬਣੇ ਬੈਠੇ ਸੀ। ਮੈਂ 2-2 ਮੋਹਰਾਂ ਸਭ ਨੂੰ ਹੀ ਦੇ ਦਿੱਤੀਆਂ ਪਰਖਣ ਲਈ
ਕਿ ਜਿਹੜਾ ਅਸਲੀ ਗੁਰੂ ਹੋਵੇਗਾ ਆਪੇ ਹੀ ਆਪਦੀ ਭੇਟਾ ਮੰਗ ਲੇਗਾ, ਕਿ 500 ਮੋਹਰਾਂ ਨਹੀਂ, ਜਾਂ ਜਹਾਜ਼ ਦੀ ਕੋਈ ਗੱਲ ਕਰੇਗਾ। ਕਹਿੰਦੇ ਸਾਰਿਆਂ ਨੂੰ ਮੋਹਰਾਂ ਦਿੱਤੀਆਂ। ਇਹ ਸਾਰੀ ਗੱਲ ਮਸੰਦਾਂ ਨੂੰ ਸਮਝਾਈ ਆ ਫਿਰ। ਤੇ ਮੈਂ ਇਕੱਲੇ ਇਕੱਲੇ ਨੂੰ 2-2 ਮੋਹਰਾਂ ਦਿੱਤੀਆਂ, ਸਭ ਖੁਸ਼ ਹੋ ਗਏ ਉਹਨੇ ਜੀ। ਕਿਸੇ ਨੇ ਨਾ ਜਹਾਜ਼ ਦੀ ਗੱਲ ਤੋਰੀ, ਨਾ ਇਹ ਆਖਿਆ ਕਿ 500 ਮੋਹਰਾਂ ਬਣਦੀਆਂ ਸੀ, ਦੋਵਾਂ ਦੇ ਨਾਲ ਨਹੀਂ ਸਰਨਾ। ਬਾਈਆਂ ਕੋਲ ਜਾਂਦਾ ਰਿਹਾ, ਪੁੱਛਿਆ ਕਿਸੇ ਤੋਂ ਹੋਰ ਵੀ ਕੋਈ ਗੁਰੂ ਹੈ, ਹੋਰ ਵੀ ਕੋਈ ਗੁਰੂ ਹੈ? ਉਹਨਾਂ ਆਖਿਆ ਨਹੀਂ, ਗੁਰੂ ਤਾਂ ਨਹੀਂ, ਪਰ ਇੱਕ ਮਸਤਾਨਾ ਜਿਹਾ ਆਦਮੀ ਆ ਤੇ ਉਹਨੂੰ ਤੇਗਾ ਤੇਗਾ ਕਰਕੇ ਕਹਿੰਦੇ ਨੇ, ਤੇ ਇਦਾਂ ਵੀ ਕਹਿੰਦੇ ਨੇ ਕਿ ਉਹ ਝੱਲਾ ਹੈ, ਕਬੀਲਦਾਰੀ ਦੀ ਕੋਈ ਸਮਝ ਨਹੀਂ, ਬੋਲਦਾ ਵੀ ਘੱਟ ਆ, ਖਾਣਾ ਪੀਣਾ ਵੀ ਕੋਈ ਆਉਂਦਾ ਨਹੀਂ। ਤੇ ਕਹਿੰਦਾ ਮੇਰਾ ਦਿਲ ਮੰਨਿਆ। ਦਿਲ ਵਿੱਚੋਂ ਆਵਾਜ਼ ਆਈ, ਮਸੰਦਾਂ ਨੂੰ ਆਖਿਆ ਕਿਤੇ ਖੌਰੇ ਇਹੀ ਨਾ ਅਸਲੀ ਗੁਰੂ ਹੋਵੇ, ਇੱਕ ਵਾਰੀ ਤਾਂ ਇਹਨਾਂ ਨੂੰ ਮਿਲੀਏ। ਉਦੋਂ ਦੂਜੇ ਮਸੰਦਾਂ ਨੇ ਮੈਨੂੰ ਬਹੁਤ ਰੋਕਿਆ ਵੀ ਤੁਸੀਂ ਕੀ ਲੈਣਾ ਉਸ ਤੋਂ, ਕਮਲਾ ਹੈ ਮਸਤਾਨਾ। ਪਰ ਕਹਿੰਦੇ ਮੈਂ ਨਹੀਂ ਮੰਨਿਆ। ਮੈਂ ਗਿਆ, ਜਦੋਂ 2 ਮੋਹਰਾਂ ਰੱਖੀਆਂ, ਅੱਗੋਂ ਆਵਾਜ਼ ਇਉਂ ਆਈ ਆ ਕਿ ਮੋਹਰਾਂ ਤਾਂ 500 ਸੀ, ਸੁਖਣਾ ਪੂਰੀ ਕਰਨੀ ਚਾਹੀਦੀ ਹੁੰਦੀ ਆ। 2 ਮੋਹਰਾਂ ਸੁਖਣਾ ਨਹੀਂ, 500 ਮੋਹਰਾਂ ਸੁਖਣਾ ਸੀ। ਤੇ ਜਹਾਜ਼ ਜਿਹੜਾ ਫਸਿਆ ਕੱਢਿਆ ਸੀ, ਉਹਦੀ ਸੁਖਣਾ ਪੂਰੀ ਕਰੋ, ਗੁਰੂ ਨਾਨਕ ਜੀ ਦੇ ਦਰ ਤੇ ਆਏ ਹੋ। ਕਹਿੰਦੇ ਉਦੋਂ ਫਿਰ ਮੈਂ ਕੋਠੇ ਤੇ ਚੜ੍ਹ ਕੇ ਬਹੁਤ ਉੱਚੀ ਉੱਚੀ ਕਿਹਾ, ਗੁਰੂ ਲਾਧੋ ਰੇ, ਗੁਰੂ ਲਾਧੋ ਰੇ। ਇਹ ਨੇ ਅਸਲੀ ਗੁਰੂ, ਜਿਨ੍ਹਾਂ ਨੇ ਭਾਵ ਕੀ ਸਾਰੀ ਬੁਝਾਰਤ ਬੁੱਝ ਲਈ ਆ, ਬਾਕੀ ਝੂਠੇ ਹੀ ਨੇ। ਇਹ ਗੱਲਾਂ ਹੁਣ ਜਦੋਂ ਸਾਰੇ ਮਸੰਦਾਂ ਨੂੰ ਜਾ ਕੇ ਜਿਹੜੇ ਅੰਮ੍ਰਿਤਸਰ ਵਿੱਚ ਰਹਿੰਦੇ ਸੀ ਦੱਸੀਆਂ ਨਾ, ਤੇ ਡਰ ਗਏ ਉਹ। ਇੱਥੋਂ ਉਹਨਾਂ ਦੇ ਮਨ ਵਿੱਚ ਡਰ ਪੈਦਾ ਹੋਇਆ ਕਿ ਇਹ ਤਾਂ ਵਾਕਈ ਕਾਮਲ ਗੁਰੂ ਨੇ, ਪੂਰੇ ਗੁਰੂ ਨੇ, ਤੇ ਅਸੀਂ ਜਿਨ੍ਹਾਂ ਨੂੰ ਵੇਖ ਕੇ ਜਿੰਦੇ ਲਾਏ ਸਨ। ਅਬ ਵੀ ਜਾਹੋ ਜਾਚ ਨਾ ਕਰੋ। ਕਹਿੰਦੇ ਹਜੇ ਵੀ ਸਮਾਂ ਜਾ ਕੇ ਮਾਫੀ ਮੰਗ ਲਓ, ਮੱਖਣ ਸ਼ਾਹ ਜੀ ਨੇ ਆਖਿਆ ਹੈ। ਹਿਰਦੇ ਦੁਸ਼ਟਤਾ ਸਗਰੀ ਖਰੋ। ਤੇ ਹਿਰਦੇ ਵਿੱਚ ਜਿਹੜੀ ਦੁਸ਼ਟਤਾ ਧਾਰਨ ਕੀਤੀ ਹੋਈ ਆ, ਪਾਪ ਕਮਾਇਆ, ਤੇ ਉਹਨੂੰ ਮਾਫ ਕਰ ਦੇਣਗੇ। ਜਾਣਾ ਕਰੋ ਗੁਰੂ ਕੋਲੇ। ਗਈ ਬੀਤ ਪਰ ਤੋ ਸੰਭਾਰੋ। ਕਹਿੰਦੇ ਸਮਾਂ ਤਾਂ ਭਾਵੇਂ ਬੀਤ ਗਿਆ, ਮਾੜਾ ਕਰਮ ਤੁਹਾਡੇ ਤੋਂ ਹੋ ਗਿਆ, ਪਰ ਫਿਰ ਵੀ ਇਹਨੂੰ ਸੰਭਾਲ ਲਵੋ ਹੁਣ। ਕਰੋ ਜੋਰੂ ਅਰ ਬਿਨੇ ਉਚਾਰੋ। ਹੱਥ ਜੋੜ ਕੇ ਬੇਨਤੀ ਕਰ ਦੋ ਗੁਰੂ ਜੀ ਅੱਗੇ, ਉਚਾਰਨ ਕਰੋ ਬੇਨਤੀ ਦੇ ਸ਼ਬਦ। ਐਮ ਸੁਣ ਮਿਲੇ ਮਸੰਦ ਵਿਚਾਰੇ। ਇਹ ਸੁਣ ਕੇ ਫਿਰ ਮਸੰਦ ਮਿਲ ਕੇ ਵਿਚਾਰ ਕਰਦੇ ਨੇ ਆਪਸ ਦੇ ਵਿੱਚ। ਮੱਖਣ ਕੋ ਨਾ ਬਾਕ ਤ੍ਰਿਸ਼ਕਾਰੇ। ਕਹਿੰਦੇ ਕਿਤੇ ਮੱਖਣ ਸ਼ਾਹ ਝੂਠ ਨਾ ਬੋਲਦਾ ਹੋਵੇ, ਸਾਨੂੰ ਇਹਦੀਆਂ ਗੱਲਾਂ ਵਿੱਚ ਨਹੀਂ ਆਉਣਾ ਚਾਹੀਦਾ, ਨਹੀਂ ਸੁਣਨੀਆਂ ਨਹੀਂ ਚਾਹੀਦੀਆਂ, ਲੱਗਦਾ ਝੂਠ ਬੋਲ ਰਿਹਾ ਹੈ ਹੁਣ। ਮਤ ਇਹ ਬਿਗਰ ਪਰੀ ਹਮ ਸੰਗ। ਤਾਂ ਵਿੱਚੋਂ ਜਿਹੜੇ ਅੱਧੇ ਮਸੰਦ ਸੀ ਉਹਨਾਂ ਨੇ ਸਹਿਮਣਾ ਕੀਤਾ, ਅੱਧਿਆਂ ਨੇ ਫਿਰ ਉਹਨਾਂ ਦੀ ਮੱਤ ਨੂੰ ਆਖਿਆ ਨਹੀਂ, ਇਹ ਕੀ ਪਤਾ ਸਾਡੇ ਨਾਲ ਵਿਗਾੜ ਪਾਉਣਾ ਚਾਹੁੰਦਾ ਹੈ, ਤਾਂ ਇਦਾਂ ਦੀਆਂ ਗੱਲਾਂ ਆਖਦਾ ਹੈ। ਧੀਰ ਮਲ ਸਮ ਕਰੇ ਨ ਢੰਗ। ਕਹਿੰਦੇ ਸੁਣਿਆ ਇਹਨੇ ਧੀਰ ਮਲ ਦੇ ਨਾਲ ਬਹੁਤ ਭੈੜਾ ਸਲੂਕ ਕੀਤਾ ਹੈ, ਉਹਦੀ ਬਹੁਤ ਜ਼ਿਆਦਾ ਹੀ ਇਹਨੇ ਇੱਜ਼ਤ ਘਟਾ ਦਿੱਤੀ, ਉਵੇਂ ਹੀ ਲੱਗਦਾ ਸਾਡੇ ਨਾਲ ਕਰਨ ਆਇਆ ਹੈ। ਚਲੋ ਬਹਿਰ ਹੀ ਮਿਲ ਕੇ ਤਾਹੇ। ਕਹਿੰਦੇ ਉਹਨਾਂ ਨੂੰ ਬਾਹਰ ਜਾ ਕੇ ਮਿਲ ਲੈਨੇ ਹਾਂ, ਸ਼ੁਭ ਬਚਨ ਮੁਖ ਵਿੱਚੋਂ ਕਹਿ ਦਿੰਦੇ ਹਾਂ। ਕਹਿ ਸਭ ਬਾਕਲ ਹੋ ਹਰ ਖਾਏ। ਇਵੇਂ ਫਿਰ ਕਹਿੰਦੇ ਬਚਨ ਕਹਿ ਕੇ ਉਹਨਾਂ ਨੂੰ ਪ੍ਰਸੰਨ ਕਰ ਲੈਂਦੇ ਹਾਂ, ਇਵੇਂ ਵੀ ਕਰਕੇ ਦੇਖ ਲੈਂਦੇ ਹਾਂ। ਕਾਸੋ ਪੈਨ ਲਿਓ ਪ੍ਰਸਾਦ। ਇਵੇਂ ਫਿਰ ਆਪਸ ਵਿੱਚ ਉਹਨਾਂ ਦੇ ਵਾਰਤਾਲਾਪ ਹੋਈ। ਕੁਝ ਮਸੰਦ ਮੰਨਦੇ ਨਹੀਂ, ਇਹ ਕਹਿੰਦੇ ਨੇ ਕਿ ਨਹੀਂ ਸਾਨੂੰ ਬਚਨ ਮੰਨਣਾ ਨਹੀਂ ਚਾਹੀਦਾ। ਜਿਵੇਂ ਕਿ 2 ਧੜੇ ਬਣ ਜਾਂਦੇ ਨੇ, ਕੋਈ ਵੀ ਇਨਸਾਨ ਜਦੋਂ ਬਹਿੰਦਾ ਗੱਲਬਾਤ ਕਰਦਾ, 2 ਤਰ੍ਹਾਂ ਦੇ ਪੱਖ ਹੋ ਜਾਂਦੇ ਨੇ। ਅੱਧੇ ਉਹ ਗੱਲ ਨੂੰ ਮੰਨਦੇ ਨੇ ਸਹਿਮਤੀ, ਅੱਧੇ ਅਸਹਿਮਤੀ ਪ੍ਰਗਟਾਉਂਦੇ ਨੇ। ਤਾਂ ਫਿਰ ਬਾਕੀਆਂ ਨੇ ਆਖਿਆ ਕਿ ਜੇ ਉਹ ਸੁਣਾਉਂਦਾ ਹੈ ਜਿਹੜੀ ਗਾਥਾ, ਖੌਰੇ ਸੱਚ ਹੋਵੇ, ਕੀ ਪਤਾ ਇਹ ਸੱਚ ਹੋਵੇ, ਇਹ ਗੁਰੂ ਦਿਲ ਦੀਆਂ ਜਾਣਦਾ ਹੋਵੇ, ਤਾਂ ਸਾਨੂੰ ਇਹਦੀ ਗੱਲ ਨੂੰ ਸੁੱਟਣਾ ਨਹੀਂ ਚਾਹੀਦਾ, ਭਾਵ ਕਿ ਜੋ ਕਹਿ ਰਿਹਾ ਮੰਨ ਲੈਣੀ ਚਾਹੀਦੀ ਆ। ਤਾਂ ਇਦਾਂ ਫਿਰ ਜਿਨ੍ਹਾਂ ਦੀ ਗਿਣਤੀ ਵੱਧ ਪਾਸੇ ਹੋ ਗਈ, ਬਾਕੀਆਂ ਨੇ ਵੀ ਉਹਨਾਂ ਦੀ ਮੰਨ ਲਈ ਆ। ਕਹਿਣ ਲੱਗੇ ਫਿਰ ਇਉਂ ਕਰਦੇ ਹਾਂ,
ਜਿਵੇਂ ਗੁਰੂ ਘਰ ਦੀ ਇੱਕ ਮਰਿਆਦਾ ਹੁੰਦੀ ਆ ਉਵੇਂ ਕਰਕੇ ਵੇਖਦੇ ਹਾਂ ਹੁਣ। ਜਥਾ ਹੈ ਗੁਰੂ ਘਰ ਮੇਰੇ ਜਾਦ। ਕਹਿੰਦੇ ਹੁਣ ਪ੍ਰਸ਼ਾਦ ਲੈ ਲਈਏ, ਉਪਹਾਰ ਲੈ ਲਈਏ ਨਾਲ ਤੇ ਗੁਰੂ ਕੋਲ ਜਾਣਾ ਕਰੀਏ ਤੇ ਗੁਰੂ ਘਰ ਦੀ ਜਿਹੜੀ ਮਰਿਆਦਾ ਬਣਦੀ ਹੈ। ਇਹਨੂੰ ਵਿਚਾਰ ਕਰ ਆਖਰ ਮਸੰਦ। ਇਸ ਤਰ੍ਹਾਂ ਕਹਿ ਕੇ ਸਾਰੇ ਮਸੰਦ ਇਕੱਠੇ ਹੋਏ ਹਨ। ਫਿਰ ਗਬਨੇ ਬਾਹਰ ਲਾਜ ਬੁਲੰਦ। ਬੜੇ ਸ਼ਰਮਿੰਦਾ ਜੇ ਹੋਏ ਤੇ ਬਾਹਰ ਆ ਗਏ ਹਨ। ਫਿਰ ਆਉਣਾ ਕੀਤਾ ਹੈ ਸ੍ਰੀ ਗੁਰੂ ਅੰਮ੍ਰਿਤਸਰ ਤੇ ਮੁੜ ਕੇ। ਸ੍ਰੀ ਗੁਰੂ ਤੇਗ ਬਹਾਦਰ ਜੀ ਉਦੋਂ ਅੰਮ੍ਰਿਤ ਸਰੋਵਰ ਤੋਂ ਵਾਪਸ ਮੁੜ ਚੁੱਕੇ ਸੀ। ਉਦੋਂ ਤੱਕ ਇਹ ਬੀਜ ਬੀਜਿਆ ਜਾ ਚੁੱਕਾ ਸੀ ਜਿਹੜਾ ਇਹਨਾਂ ਨੇ ਖੋਟਾ ਕਰਮ ਕੀਤਾ। ਗੁਰੂ ਸਾਹਿਬ ਜੀ ਤਾਂ ਉਦੋਂ ਮੁੜ ਗਏ ਨੇ, ਇਹ ਹੁਣ ਬਾਹਰ ਆਉਂਦੇ ਨੇ ਤੇ ਗੁਰੂ ਜੀ ਨੂੰ ਲੱਭਣਾ ਚਾਹੁੰਦੇ ਹਨ। ਇੱਕ ਗ੍ਰਾਮ ਤੋਏ ਨਗਟੇ ਨਿਹਾਰ ਕੇ। ਉੱਥੇ ਇੱਕ ਪਿੰਡ ਸੀ, ਮਹਾਰਾਜ ਉੱਥੇ ਚਲੇ ਗਏ ਜੋ ਅੰਮ੍ਰਿਤਸਰ ਦੇ ਲਾਗੇ ਹੀ ਹੈ। ਵੱਲਾ ਕਹੈ ਤਿਸੀ ਕੋ ਨਾਏ। ਇਹ ਪਿੰਡ ਨੂੰ ਕਵੀ ਜੀ ਕਹਿੰਦੇ ਵੱਲੇ ਦੇ ਨਾਂ ਦੇ ਨਾਲ ਪੁਕਾਰਿਆ ਕਰਦੇ ਸਨ ਲੋਕ ਉਸ ਵਕਤ। ਤੀਨ ਕੋਸ ਉੱਤਰ ਦਸ ਥਾਏ। ਅੰਮ੍ਰਿਤ ਸਰੋਵਰ ਦੇ ਉੱਤਰ ਵਾਲੇ ਪਾਸੇ 3 ਕੋਹ ਤੇ ਸਥਿਤ ਆ ਇਹ ਪਿੰਡ ਜਿਹੜਾ ਸੀ। ਉੱਥੇ ਮਹਾਰਾਜ ਚਲੇ ਗਏ ਸਨ ਉਸ ਵਕਤ। ਤੈ ਇੱਕ ਸਿੱਖ ਕੇ ਕਰ ਡੇਰਾ। ਕਿਉਂਕਿ ਉੱਥੇ ਇੱਕ ਸਿੱਖ ਸੀ ਇਸ ਪਿੰਡ ਦੇ ਵਿੱਚ ਰਹਿੰਦਾ ਜਿਹੜਾ ਮਹਾਰਾਜ ਨਾਲ ਬੜਾ ਪਿਆਰ ਕਰਦਾ ਸੀ। ਸੇਵਾ ਕਰਤ ਸੋ ਭਾਵ ਵਡੇਰਾ। ਜਿਸ ਨੇ ਗੁਰੂ ਮਹਾਰਾਜ ਦੀ ਬੜੀ ਸੇਵਾ ਕੀਤੀ ਪ੍ਰੇਮ ਦੇ ਨਾਲ। ਜਿੱਥੇ ਮਸੰਦਾਂ ਨੇ ਦਰਵਾਜ਼ੇ ਬੰਦ ਕਰ ਲਏ ਉੱਥੇ ਵੱਲੇ ਪਿੰਡ ਦੇ ਇੱਕ ਸਿੱਖ ਨੇ ਦਰਵਾਜ਼ੇ ਖੋਲ ਤੇ ਮਹਾਰਾਜ ਲਈ ਗੁਰੂ ਮਹਾਰਾਜ ਦੀ ਬੜੀ ਸੇਵਾ ਕੀਤੀ ਹੈ। ਪਰੀਨ ਸਾਕੀਨ ਸਭ ਸਰਾਮੋ। ਰਾਤ ਪੈਣ ਤੇ ਗੁਰੂ ਮਹਾਰਾਜ ਨੇ ਉੱਥੇ ਹੀ ਰਹਿਣਾ ਕੀਤਾ। ਉੱਥੇ ਹੀ ਉਹ ਸਿੱਖ ਦੇ ਘਰੇ ਵਿਸ਼ਰਾਮ ਕੀਤਾ ਹੈ ਜੀ। ਜਨ ਕੇ ਬਾਗ ਮੋਖ ਕੇ ਧਾਮੋ। ਜਿਸ ਗੁਰੂ ਜੀ ਦੇ ਬਚਨ ਹੀ ਮੁਕਤੀ ਦਾ ਘਰ ਨੇ, ਐਸੇ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ। ਅਗਲੀ ਜਾਂ ਪ੍ਰਭਾਤ ਹੋਏ ਆਈ। ਅਗਲੇ ਦਿਨ ਜਦੋਂ ਸਵੇਰ ਹੋਈ ਆ, ਅਗਲੀ ਪ੍ਰਭਾਤ ਹੋਈ ਹੈ। ਕਰੀ ਸਕਲ ਤਨ ਕੀ ਸੁਚਤਾਈ। ਗੁਰੂ ਮਹਾਰਾਜ ਨੇ ਸਰੀਰ ਦੀ ਸੁਧਾਈ ਕੀਤੀ, ਭਾਵ ਸੁਚਤਾਈ ਕੀਤੀ ਹੈ, ਇਸ਼ਨਾਨ ਕਰਨਾ ਕੀਤਾ ਹੈ। ਬੈਠੇ ਸ੍ਰੀ ਗੁਰ ਤਬੈ ਪ੍ਰਿਅੰਕ। ਫਿਰ ਗੁਰੂ ਮਹਾਰਾਜ ਜੀ ਸੋਹਣੇ ਜੇ ਇੱਕ ਪਲੰਗ ਤੇ ਉਹ ਸਿੱਖ ਨੇ ਜਿਹੜਾ ਡੁਹਾਇਆ ਸੀ ਉਹਦੇ ਤੇ ਆ ਕੇ ਸਜਣਾ ਕੀਤਾ ਹੈ। ਤਵ ਮਸੰਦ ਔਰ ਧਰੀ ਆਤੰਕ। ਫਿਰ ਜਿਹੜੇ ਮਸੰਦ ਸੀ ਹਿਰਦੇ ਦੇ ਵਿੱਚ ਡਰ ਧਾਰ ਕੇ ਉਹਨਾਂ ਦੇ ਹੁਣ ਦਿਲ ਵਿੱਚ ਡਰ ਬਣ ਗਿਆ ਕਿ ਗੁਰੂ ਮਹਾਰਾਜ ਤਾਂ ਅੰਤਰਜਾਮੀ ਨੇ। ਜਿਨ੍ਹਾਂ ਨੇ ਮੱਖਣ ਸ਼ਾਹ ਦੀ ਗੱਲ ਬੁੱਝ ਲਈ ਸਾਡੀ ਕਿਵੇਂ ਨਾ ਬੁੱਝ ਲੈਣਗੇ। ਤਾਂ ਮਨ ਵਿੱਚ ਹਿਰਦੇ ਵਿੱਚ ਡਰ ਆਇਆ ਹੈ। ਦੀਨ ਮੰਨੇ ਦੋਨੋਂ ਕਰ ਜੋਰੇ। ਇਵੇਂ ਫਿਰ ਕੁਝ ਮਸੰਦ ਜਿਹੜੇ ਅੱਗੇ ਹੋ ਕੇ ਆਏ ਹੱਥ ਜੋੜ ਕੇ ਦੀਨ ਜੇ ਹੋ ਗਏ ਨੇ, ਬੜੇ ਨੀਵੇਂ ਹੋ ਗਏ ਨੇ। ਪਹੁੰਚੇ ਟੈਗ ਗੁਰੂ ਚਾਹਤ ਨਹੋਰੇ। ਹੁਣ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਪਹੁੰਚ ਗਏ ਜਿਸ ਪਿੰਡ ਵਿੱਚ ਗੁਰੂ ਜੀ ਰਹਿੰਦੇ ਨੇ। ਬੰਦਨ ਕਰੇ ਨਮਰਤਾ ਧਾਰ। ਤੇ ਹੁਣ ਗੁਰੂ ਮਹਾਰਾਜ ਨੂੰ ਬੰਦਨਾ ਕਰਕੇ ਤੇ ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦੇ ਹਨ। ਆਪ ਉਪੈਨ ਕੁਸ਼ਕ ਅਗਾਰ। ਤੇ ਕੁਝ ਉਪਹਾਰ ਵੀ ਲੈ ਕੇ ਆਏ ਨੇ ਕਿ ਮਹਾਰਾਜ ਨੂੰ ਤੋਹਫੇ ਵੀ ਦੇਵਾਂਗੇ। ਪਹਿਲਾਂ ਕੁਝ ਨਹੀਂ ਦਿੱਤਾ, ਦਰਵਾਜ਼ੇ ਭੇੜ ਲਏ, ਬੂਹੇ ਬੰਦ ਕਰ ਲਏ। ਹੁਣ ਮਾਫੀ ਮੰਗਣ ਲਈ ਆਏ ਹਨ ਵਾਪਸ। ਕਹਿਤ ਭੈ ਤੁਰਕਨ ਕੇਰਾ। ਫਿਰ ਕਹਿਣ ਲੱਗੇ ਕਿ ਤੁਰਕਾਂ ਦਾ ਬਹੁਤ ਭੈ ਆ ਸਾਨੂੰ। ਮੁਸਲਮਾਨ ਜਿਹੜੇ ਤੁਰਕ ਨੇ ਉਹਨਾਂ ਤੋਂ ਸਾਨੂੰ ਡਰ ਲੱਗਦਾ ਹੈ। ਕਹਿ ਸਦਾ ਸਰ ਬੀਚ ਵਡੇਰਾ। ਇਸ ਕਰਕੇ ਕਹਿੰਦੇ ਅੰਮ੍ਰਿਤਸਰ ਦੇ ਵਿੱਚ ਅਸੀਂ ਟਿਕੇ ਹੋਏ ਹਾਂ। ਇਹ ਸਥਾਨ ਅਸੀਂ ਰਹਿਣ ਲਈ ਚੁਣਿਆ ਹੋਇਆ ਹੈ। ਕੋ ਗੁਰੂ ਰਹਿ ਕਿ ਨਾਹੀ ਇਹਾਂ। ਕਹਿੰਦੇ ਮੁਸਲਮਾਨ ਸਦਾ ਹੀ ਇੱਥੇ ਸੂਹ ਲੈਂਦੇ ਰਹਿੰਦੇ ਨੇ, ਜਜੂਸ ਭੇਜਦੇ ਨੇ ਕਿ ਇੱਥੇ ਕਿਹੜਾ ਗੁਰੂ ਰਹਿੰਦਾ ਹੈ। ਪਖ ਪਖ ਜਾਹੇ ਬੈਰ ਕਰ ਮਹਾ। ਕੌਣ ਇੱਥੇ ਰਹਿੰਦਾ ਕੌਣ ਨਹੀਂ ਰਹਿੰਦਾ ਤਾਂ ਸਰਕਾਰ ਜਿਹੜੀ ਹੈ ਖਬਰਾਂ ਰੱਖਦੀ ਆ। ਬਹੁਤ ਵੈਰ ਕਰਕੇ ਵੇਖ ਵੇਖ ਜਾਂਦੇ ਹਨ। ਪੈਂਦੇ ਕੋਸਤ ਆਦਿਕ ਆਨ। ਭਾ ਬਹੁਤ ਵੈਰ ਕਰਕੇ ਵੇਖ ਵੇਖ ਕੇ ਜਾਂਦੇ ਨੇ ਤੇ ਇਸ ਕਰਕੇ ਤੇ ਬਹੁਤ ਸਾਰੇ ਇੱਥੇ ਪੈਂਦੇ ਖਾਂਦੇ ਜਿਹੜੇ ਅੱਗੇ
ਪੁੱਤਰ ਹਨ ਉਹ ਵੀ ਇੱਥੇ ਆਉਂਦੇ ਰਹਿੰਦੇ ਹਨ। ਜਿਨੇ ਗੁਰੂ ਰਣ ਮੇ ਕਿਆ ਹਾਨ, ਜਿਹਨੂੰ ਗੁਰੂ ਮਹਾਰਾਜ ਨੇ ਯੁੱਧ ਦੇ ਮੈਦਾਨ ਵਿੱਚ ਮਾਰ ਦਿੱਤਾ ਸੀ 6ਵੇਂ ਪਾਤਸ਼ਾਹ ਜੀ ਨੇ, ਤੇ ਉਹਨਾਂ ਦੀ ਅਗਲੀ ਪੀੜ੍ਹੀ ਆਉਂਦੀ ਰਹਿੰਦੀ ਹੈ ਇਸ ਸਥਾਨ ਤੇ। ਜਨ ਕੇ ਸੰਬੰਧੀ ਜੋ ਇਵੇਂ ਉਹਨਾਂ ਦੇ ਜਿਹੜੇ ਸੰਬੰਧੀ ਨੇ, ਰਿਸ਼ਤੇਦਾਰ ਬਦਲਾ ਲੈਣ ਲਈ ਆਉਂਦੇ ਰਹਿੰਦੇ ਹਨ। ਤੋ ਪ੍ਰਤੀਸ਼ਨਾ ਕਰਤੇ ਰਹਿ, ਇਸ ਕਰਕੇ ਅਸੀਂ ਤਾਂ ਡਰ ਜਾਂਦੇ ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ। ਤੈਨ ਦੋਸ਼ਟਨ ਤੇ ਹਮ ਡਰ ਪਾਏ, ਇਸ ਕਰਕੇ ਵੀ ਉਹ ਨਾ ਕਿਤੇ ਆ ਜਾਣ, ਇਹਨਾਂ ਗੱਲਾਂ ਦਾ ਸਾਨੂੰ ਡਰ ਬਣਿਆ ਰਹਿੰਦਾ ਹੈ। ਆਏ ਬਗਾਰ ਨਾ ਕਸ ਕਰ ਜਾਏ, ਕਿ ਆ ਕੇ ਕੁਝ ਵਿਗਾੜ ਹੀ ਨਾ ਜਾਣ ਸਾਡਾ। ਭਾਵ ਜੋ 6ਵੇਂ ਪਾਤਸ਼ਾਹ ਜੀ ਨੇ ਪੈਂਦੇ ਖਾਂ ਨੂੰ ਮਾਰਿਆ, ਤੇ ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਪੁੱਤਰ ਆਗੇ ਜਾਂ ਉਹਨਾਂ ਦੇ ਰਿਸ਼ਤੇਦਾਰ ਭਤੀਜੇ ਨੇ, ਉਹ ਬਦਲਾ ਨਾ ਕਿਤੇ ਆ ਕੇ ਲੈਣ ਸਾਡੇ ਤੋਂ, ਤਾਂ ਅਸੀਂ ਡਰ ਜਾਂਦੇ ਹਾਂ। ਹਮ ਅੰਮ੍ਰਿਤਸਰ ਰਹਿਤ ਹੈ ਜੀਤੇ, ਅਸੀਂ ਜਿੰਨੇ ਵੀ ਹਾਂ ਅੰਮ੍ਰਿਤਸਰ ਦੇ ਵਿੱਚ ਰਹਿਣ ਵਾਲੇ ਵਾਸੀ ਹਾਂ, ਸਾਰੇ ਹੀ ਲੋਕ ਨਿਤ ਗੁਲਾਮ ਗੁਰੂ ਘਰ ਕੋ ਤੇਤੇ, ਅਸੀਂ ਤਾਂ ਗੁਰੂ ਘਰ ਦੇ ਸਾਰੇ ਹੀ ਗੁਲਾਮ ਹਾਂ। ਦਾਸ ਸਾਨੂੰ ਜਾਣਨਾ ਕਰੋ ਜੀ। ਇਹੋ ਸਥਾਨ ਸਦੀਵ ਤੁਮਾਰੋ, ਇਸ ਕਰਕੇ ਕਹਿਣ ਲੱਗੇ ਸਥਾਨ ਸਦਾ ਹੀ ਤੁਹਾਡਾ ਹੈ ਗੁਰੂ ਜੀ, ਤੇ ਸਦਾ ਹੀ ਤੁਹਾਡਾ ਰਹੇਗਾ। ਰਾਵ ਸੁਆਮੀ ਸਦਾ ਸੰਭਾਰੋ, ਆਪ ਜੀ ਇੱਥੋਂ ਦੇ ਮਾਲਕ ਹੋ ਤੇ ਸਦਾ ਹੀ ਇਹਨੂੰ ਸੰਭਾਲਣਾ ਕਰੋ ਆਪਣੇ ਸਥਾਨ ਨੂੰ। ਸੁਣ ਕੇ ਗੁਰੂ ਤੇਗ ਬਹਾਦਰ, ਇਵੇਂ ਫਿਰ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਜਾਣਿਆ ਕਿ ਇਹ ਹੁਣ ਇਕੱਠੇ ਹੋ ਕੇ ਆ ਤਾਂ ਗਏ ਹਨ, ਭਾਵ ਕਿ ਆ ਗਏ ਪਰ ਫਿਰ ਵੀ ਇਹ ਸੱਚ ਨਹੀਂ ਬੋਲ ਰਹੇ। ਜੋ ਇਹਨਾਂ ਨੇ ਗੱਲ ਬਣਾਈ ਪੈਂਦੇ ਖਾਂ ਵਾਲੀ ਜਾਂ ਉਹਨਾਂ ਦੇ ਪੁੱਤਰਾਂ ਵਾਲੀ, ਉਹ ਗੱਲ ਬਿਲਕੁਲ ਹੀ ਝੂਠ ਹੈ। ਭਾਵ ਕਿ ਉਹਦਾ ਕੋਈ ਵੀ ਮੇਲ ਨਹੀਂ। ਇਹਨਾਂ ਨੇ ਦਰਵਾਜ਼ੇ ਸਿਰਫ ਤੇ ਸਿਰਫ ਗੁਰੂ ਮਹਾਰਾਜ ਲਈ ਇਸ ਕਰਕੇ ਬੰਦ ਕੀਤੇ ਕਿ ਗੁਰੂ ਸਾਡੇ ਤੋਂ ਹਿਸਾਬ ਨਾ ਮੰਗ ਲਵੇ ਪੈਸਿਆਂ ਦਾ। ਕਿਉਂਕਿ ਇਹ ਪ੍ਰਥਾ, ਮੰਜੀ ਪ੍ਰਥਾ ਜਿਹੜੀ ਸੀ, ਇਹਦੇ ਵਿੱਚ ਕੱਲ ਵੀ ਦੱਸਿਆ ਦੀਵਾਨ ਦੇ ਵਿੱਚ, ਗੁਰੂ ਘਰ ਦੇ ਸਿੱਖ ਪਿੰਡਾਂ 'ਚ ਜਾਂਦੇ ਹੁੰਦੇ ਸੀ, ਉਹਨਾਂ ਨੂੰ ਮਸੰਦ ਕਿਹਾ ਜਾਂਦਾ ਸੀ। ਥੋੜੀ ਜੀ ਉੱਚੀ ਜਗ੍ਹਾ ਤੇ ਬੈਠ ਕੇ ਉਹ ਪ੍ਰਚਾਰ ਕਰਦੇ ਸੀ, ਉਹਨੂੰ ਇਸ ਕਰਕੇ ਮੰਜੀ ਪ੍ਰਥਾ ਕਿਹਾ ਗਿਆ ਕਿ ਜਿੱਥੋਂ ਸਾਰੀ ਸੰਗਤ ਦਿਖੇ, ਦਰਸ਼ਨ ਸੰਗਤ ਦੇ ਹੋਣ, ਇਹਦੇ ਨਾਲ ਪ੍ਰਚਾਰ ਕਰਨਾ, ਗੱਲ ਕਹਿਣੀ ਸੌਖੀ ਹੁੰਦੀ ਹੈ। ਅੱਜ ਵੀ ਗੁਰੂ ਘਰਾਂ ਵਿੱਚ ਥੜਾ ਸਾਹਿਬ ਤਾਂ ਹੀ ਉੱਚਾ ਬਣਾਇਆ ਜਾਂਦਾ, ਜਾਂ ਜੋ ਕੀਰਤਨ ਵਾਲੀ ਚੌਂਕੀ ਹੁੰਦੀ ਹੈ ਉੱਚੀ ਬਣਾਈ ਜਾਂਦੀ, ਕਿ ਸੰਗਤਾਂ ਦੇ ਪ੍ਰਚਾਰਕ ਨੂੰ ਦਰਸ਼ਨ ਹੋਣ ਤੇ ਆਪਦੀ ਗੱਲ ਸਹੀ ਤਰੀਕੇ ਨਾਲ ਉਹ ਕਹਿ ਸਕਣ। ਇਸ ਪ੍ਰਕਾਰ ਜਦੋਂ ਇਹਨਾਂ ਨੇ ਨਗਰਾਂ ਵਿੱਚ ਜਾਣਾ, ਸੰਗਤਾਂ ਨੇ ਚੜਾਵਾ ਇਹਨਾਂ ਨੂੰ ਦੇਣਾ, ਤੇ ਉਹ ਜਿਹੜੀ ਅਸਲ ਮਸੰਦ ਸੀ, ਜਿਹੜੇ ਪਿਆਰ ਕਰਨ ਵਾਲੇ, ਉਹ ਚੜਾਵਾ ਸਾਰਾ ਲਿਆ ਕੇ ਗੁਰੂ ਮਹਾਰਾਜ ਨੂੰ ਦਿੰਦੇ ਹੁੰਦੇ ਸੀ। ਕਈ ਸਾਲ ਪ੍ਰਚਾਰ ਕਰਦੇ ਸੀ, ਕਈ 2 ਸਾਲਾਂ ਬਾਅਦ ਵੀ ਲੌਟਦੇ ਸੀ, ਕਈ ਮਹੀਨੇ ਬਾਅਦ ਵੀ, ਜਿਹੜੇ ਨੇੜੇ ਵਾਲੇ ਸੀ ਮਹੀਨੇ ਬਾਅਦ ਵੀ ਆ ਜਾਣਾ ਉਹਨਾਂ ਨੇ। ਤਾਂ ਇਦਾਂ ਭਾਵ ਕਿ ਜਦੋਂ ਚੜਾਵਾ ਲਿਆ ਕੇ ਦੇਣਾ ਤੇ ਗੁਰੂ ਮਹਾਰਾਜ ਨੇ ਉਹਦੇ ਵਿੱਚੋਂ ਇਹਨਾਂ ਨੂੰ ਭਾਵ ਕਿ ਸੇਵਾ ਦੇਣੀ, ਤਾਂ ਇਹ ਪਹਿਲਾਂ ਨਹੀਂ ਸੀ ਰੱਖਦੇ, ਪਰ ਗੁਰੂ ਮਹਾਰਾਜ ਇਹਨਾਂ ਨੂੰ ਖੁੱਲ੍ਹਾ ਧਨ ਦਿੰਦੇ ਸੀ ਪ੍ਰਚਾਰ ਕਰਨ ਦਾ। ਤਾਂ ਇਹਨਾਂ ਨੇ ਬਾਅਦ ਵਿੱਚ ਆਪ ਹੀ ਸਾਰਾ ਚੜਾਵਾ ਰੱਖਣਾ ਸ਼ੁਰੂ ਕਰਤਾ। ਹੁਣ ਇਹਨਾਂ ਨੂੰ ਡਰ ਹੀ ਇਹ ਸੀ ਕਿ ਮਹਾਰਾਜ ਇੰਨੇ ਚਿਰ ਬਾਅਦ ਆਏ ਨੇ, 7ਵੇਂ ਪਾਤਸ਼ਾਹ 8ਵੇਂ ਪਾਤਸ਼ਾਹ, ਉਹਨਾਂ ਨੇ ਕੁਝ ਵੀ ਨਹੀਂ ਮੰਗਿਆ, ਹੁਣ ਸਾਰਾ ਹਿਸਾਬ ਸਾਨੂੰ ਦੇਣਾ ਪਵੇਗਾ। ਤੇ ਇਹਨੂੰ ਬਿਹਤਰ ਇਹ ਆ ਵੀ ਦਰਵਾਜ਼ੇ ਹੀ ਲਾ ਲਓ। ਹੁਣ ਜਿਹੜੀ ਇੱਥੇ ਇਹਨਾਂ ਨੇ ਗੱਲ ਕਹੀ ਆ ਕਿ ਪੈਂਦੇ ਖਾਂ ਦੇ ਪੁੱਤਰ ਦਾ ਸਾਨੂੰ ਡਰ ਆ, ਉਹ ਹਮਲਾ ਨਾ ਕਰ ਦੇਵੇ, ਸਰਕਾਰ ਇੱਥੇ ਆਉਂਦੀ ਰਹਿੰਦੀ, ਉਹਦੇ ਜਜੂਸ ਆਉਂਦੇ ਰਹਿੰਦੇ ਨੇ, ਤਾਂ ਇਹ ਸਾਰੀਆਂ ਗੱਲਾਂ ਕੂੜ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਜਾਣ ਗਏ ਸੀ ਕਿ ਇਹ ਆ ਤਾਂ ਗਏ ਆ, ਜਿਵੇਂ ਕਹਿੰਦੇ ਨੇ ਕਿ ਸ਼ਿਕਾਰੀ ਹੁੰਦਾ, ਸੀਸ ਨਵਾਏ ਕਿਆ ਥੀਏ ਜਾਂ ਹਿਰਦੇ ਕੁਸੁੱਧੇ ਜਾਏ। ਹੁਣ ਝੁਕਦਾ ਸ਼ਿਕਾਰੀ ਵੀ ਆ, ਸ਼ਿਕਾਰੀ ਬੰਦਾ ਝੁਕਦਾ ਹਿਰਨ ਨੂੰ ਮਾਰਨ ਵਾਸਤੇ। ਬਸ ਇਵੇਂ ਇਹਨਾਂ ਨੂੰ ਸਮਝ ਲਓ। ਅੱਗੇ ਹੁਣ ਕਵੀ ਜੀ ਖੋਲ ਕੇ ਦੱਸਦੇ ਹਨ। ਵਿਖੇ ਮਸੰਦ ਆਏ ਪੇ ਹਾਦਰ, ਮਹਾਰਾਜ ਕਹਿਣ ਲੱਗੇ ਗੁਰੂ ਤੇਗ ਬਹਾਦਰ ਜੀ, ਕੋਈ ਸ਼ੱਕ ਨਹੀਂ ਕਿ ਆਏ ਨੇ, ਇਕੱਠੇ ਹੋ ਕੇ ਜ਼ਰੂਰ ਆਏ ਹਨ, ਹਾਜ਼ਰ ਹੋ ਗਏ ਹਨ। ਮਨ ਖੋਟੇ ਜਿਨ ਕੇ ਸਭ ਭਾਤੇ, ਪਰ ਇਹਨਾਂ ਦੇ ਮਨ ਅਜੇ ਵੀ ਖੋਟੇ ਹੀ ਆ।
ਮਨ ਦੇ ਵਿੱਚ ਅਜੇ ਵੀ ਮੈਲ ਭਰੀ ਹੋਈ ਸਾਰਿਆਂ ਦੇ। ਮੁਖ ਤੇ ਅਪਰ ਬਨਾਵੇ ਬਾਤੀ। ਹੁਣ ਇੱਥੇ ਮਹਾਰਾਜ ਬੁੱਝ ਗਏ, ਮੁਖ ਤੇ ਅਪਰ ਬਨਾਵੇ ਬਾਤੀ। ਕਹਿੰਦੇ ਮੁਖ ਤੋਂ ਹੋਰ ਹੀ ਗੱਲਾਂ ਕਹੀ ਜਾਂਦੇ ਨੇ, ਜਿਹੜੀ ਅਸਲੀ ਗੱਲ ਆ ਉਹ ਨਹੀਂ ਦੱਸ ਰਹੇ ਹਨ ਜੀ। ਤਨ ਲੋਭੀ ਏ ਸਮਾਨ ਸਮਾਨਾ। ਕਹਿੰਦੇ ਜਿਵੇਂ ਕਿ ਇੱਕ ਹਲਕਿਆ ਹੋਇਆ ਕੂਕਰ ਹੁੰਦਾ, ਸਵਾਨ ਕਹਿੰਦੇ ਨੇ ਕੁੱਤੇ ਨੂੰ, ਕਹਿੰਦੇ ਇਹ ਹੁਣ ਉਹ ਹਲਕੇ ਕੁੱਤੇ ਦੇ ਬਰਾਬਰ ਹੋ ਗਏ ਹਨ। ਕਰੇ ਚਰਾਵਨ ਪੇਟ ਮਹਾਨਾ। ਜਿਵੇਂ ਕਿ ਉਹ ਫਿਰ ਮਾਲਕ ਨੂੰ ਹੀ ਕੱਟ ਲੈਂਦਾ। ਜਿਹੜਾ ਸਵਾਨ ਕੁੱਤਾ ਹੁੰਦਾ ਹਲਕ ਜਾਵੇ ਫਿਰ ਉਹ ਮਾਲਕ ਨੂੰ ਵੱਢ ਲੈਂਦਾ। ਇਦਾਂ ਜਿਹੜਾ ਲੋਭ ਵਾਲਾ ਕੁੱਤਾ ਹੁੰਦਾ ਮਨ ਅੰਦਰ, ਫਿਰ ਉਹ ਆਪਦੇ ਗੁਰੂ ਨੂੰ ਹੀ ਗੁਰੂ ਨਹੀਂ ਸਮਝਦਾ। ਤਾਂ ਜਿੰਨੇ ਵੀ ਨੇ ਇਹ ਸਾਰੇ ਹੀ ਹੁਣ ਇਹਨਾਂ ਦਾ ਮਨ ਕੂਕਰ ਲੋਭ ਵਾਲਾ ਬਣ ਗਿਆ ਹੈ। ਭਾਵ ਕਿ ਇਹਨਾਂ ਦੇ ਅੰਦਰ ਲੋਭ ਵਾਲਾ ਕੁੱਤਾ ਬੋਲਦਾ ਹੀ ਰਹਿੰਦਾ ਹੈ। ਬਹੁਤ ਦਿਵਸ ਕੇ ਕਰੇ ਕੁਕਰਮ। ਬਹੁਤ ਦਿਨਾਂ ਤੋਂ ਮਹਾਰਾਜ ਕਹਿੰਦੇ ਮਾੜੇ ਕਰਮ ਕਰਦੇ ਆ ਰਹੇ ਆ, ਇਹਨਾਂ ਨੂੰ ਕੋਈ ਵੀ ਰੋਕਣ ਵਾਲਾ ਨਹੀਂ ਹੈ। ਭੈਮੰਦ ਮਤ ਬਿਸਰੇ ਧਰਮ। ਕੁਕਰਮ ਕਰਕੇ ਇਹਨਾਂ ਨੇ ਧਰਮ ਨੂੰ ਵਿਸਾਰ ਦਿੱਤਾ, ਮਾੜੀ ਮਤ ਵਾਲੇ ਹੋ ਗਏ ਹਨ ਸਾਰੇ ਹੀ। ਇਨੇ ਬਨਾਸਨ ਕਰਨੇ ਹਾਰਾ। ਹੁਣ ਮਹਾਰਾਜ ਕਹਿੰਦੇ ਅਸੀਂ ਨਹੀਂ ਕੁਝ ਕਹਿੰਦੇ, ਪਰ ਇਹਨਾਂ ਨੂੰ ਅੱਗੇ ਇਹਨਾਂ ਦਾ ਵਿਨਾਸ਼ ਕਰਨ ਵਾਲਾ ਅੱਗੇ ਆਵੇਗਾ ਜਦੋਂ। ਹੋਏ ਅਗਾਰੀ ਪੁਰਖ ਉਧਾਰਾ। ਇਹਨਾਂ ਦਾ ਨਾਸ਼ ਕਰਨ ਵਾਲਾ ਇੱਕ ਵੱਡਾ ਮਹਾਨ ਪੁਰਖ ਹੋਵੇਗਾ, ਮਹਾਬਲੀ ਯੋਧਾ ਹੋਵੇਗਾ। ਭਾਵ ਕਿ ਦਸ਼ਮੇਸ਼ ਪਿਤਾ ਜੀ ਵੱਲ ਇੱਥੇ ਇਸ਼ਾਰਾ ਕਰ ਰਹੇ ਨੇ ਗੁਰੂ ਤੇਗ ਬਹਾਦਰ ਜੀ। ਗੁਰੂ ਸਾਹਿਬ ਜੀ ਕਹਿੰਦੇ ਉਹੀ ਆ ਕੇ ਫਿਰ ਇਹਨਾਂ ਨੂੰ ਸੁਧਾਰਨਗੇ, ਉਹੀ ਆ ਕੇ ਇਹਨਾਂ ਨੂੰ ਜੋ ਇਹਨਾਂ ਨੇ ਕੰਮ ਕੀਤੇ ਨੇ, ਸਾਰੇ ਕੁਕਰਮ ਕੀਤੇ ਨੇ, ਉਹਨਾਂ ਦੀ ਸਜ਼ਾ ਦੇਣੀ ਹੈ। ਇਹ ਵਿਚਾਰ ਜਗ ਗੁਰੂ ਸਭ ਸੁਆਮੀ। ਇਹ ਵਿਚਾਰ ਕੇ ਜਗਤ ਦੇ ਸੁਆਮੀ ਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਜੀ ਕਹਿਣ ਲੱਗੇ ਹਨ। ਬਚਨ ਬਖਾਨਿਓ ਅੰਤਰ ਜਾਮੀ। ਐਸਾ ਬਚਨ ਕੀਤਾ ਅੰਤਰਜਾਮੀ ਗੁਰੂ ਤੇਗ ਬਹਾਦਰ ਜੀ ਨੇ। ਨਹਿ ਮਸੰਦ ਤੁਮ ਅੰਮ੍ਰਿਤ ਸਰੀਆ। ਕਹਿਣ ਲੱਗੇ ਹੈ ਜਿੰਨੇ ਵੀ ਤੁਸੀਂ ਮਸੰਦ ਇਕੱਠੇ ਹੋ ਕੇ ਆ ਗਏ ਹੋ ਨਾ, ਸੁਣੋ ਸਾਰੇ ਹੀ। ਤੁਸੀਂ ਸ਼੍ਰੀ ਅੰਮ੍ਰਿਤ ਸਰੋਵਰ ਦੇ ਹਰਿਮੰਦਰ ਸਾਹਿਬ ਦੇ ਮਸੰਦ ਨਹੀਂ ਹੋ ਸਕਦੇ। ਮੈਂ ਤੁਹਾਨੂੰ ਗੁਰੂ ਘਰ ਦਾ ਪ੍ਰਚਾਰਕ ਜਾਂ ਗੁਰੂ ਘਰ ਦਾ ਸੇਵਾਦਾਰ ਨਹੀਂ ਮੰਨ ਸਕਦਾ। ਨੈ ਮਸੰਦ ਤੁਮ ਅੰਮ੍ਰਿਤ ਸਰੀਏ ਤ੍ਰਿਸ਼ਨਾ ਗੰਤੇ ਅੰਤਰ ਸਰੀਆ। ਤੇ ਤੁਸੀਂ ਤਾਂ ਤ੍ਰਿਸ਼ਨਾ ਦੀ ਅੱਗ ਦੇ ਨਾਲ ਅੰਦਰੋਂ ਸੜੇ ਪਏ ਹੋ। ਜਿਹੜਾ ਗੁਰੂ ਦਾ ਪ੍ਰਚਾਰਕ ਹੁੰਦਾ ਹੈ ਉਹ ਨਾ ਕਦੇ ਵੀ ਇਦਾਂ ਦਾ ਨਹੀਂ ਹੁੰਦਾ ਨਾ, ਉਹਦੇ ਅੰਦਰ ਤਾਂ ਨਿਮਰਤਾ ਹੁੰਦੀ ਆ, ਉਹਦੇ ਅੰਦਰ ਤਾਂ ਗੁਣ ਹੁੰਦੇ ਨੇ। ਪਰ ਤੁਸੀਂ ਜਿੰਨੇ ਵੀ ਅੰਮ੍ਰਿਤਸਰ ਦੇ ਰਹਿਣ ਵਾਲੇ ਮਸੰਦ ਹੋ, ਨੈ ਮਸੰਦ ਤੁਮੇ ਅੰਮ੍ਰਿਤ ਸਰੀਏ। ਹਰਿਮੰਦਰ ਸਾਹਿਬ ਦੇ ਤੁਸੀਂ ਸੇਵਕ ਨਹੀਂ ਹੋ ਸਕਦੇ, ਉੱਥੋਂ ਦੇ ਦਾਸ ਨਹੀਂ ਹੋ ਸਕਦੇ, ਉੱਥੋਂ ਦੇ ਤੁਸੀਂ ਅੰਮ੍ਰਿਤ ਸਰੋਵਰ ਦੇ ਹਰਿਮੰਦਰ ਸਾਹਿਬ ਦੇ ਮਸੰਦ ਨਹੀਂ ਹੋ ਸਕਦੇ। ਤੁਸੀਂ ਤਾਂ ਤ੍ਰਿਸ਼ਨਾ ਦੀ ਅੱਗ ਵਿੱਚ ਸੜਨ ਵਾਲੇ ਹੋ ਸਦਾ ਹੀ। ਜਸ ਖੋਟੇ ਮਗ ਕੀਨ ਅਲੰਬ। ਜਿਵੇਂ ਤੁਸੀਂ ਖੋਟੇ ਰਾਹ ਦਾ ਆਸਰਾ ਫੜਿਆ ਨਾ, ਹੁਣ ਖੋਟੇ ਤੇ ਖੋਟਾ ਕਰਮ ਕਰਦੇ ਜਾ ਰਹੇ ਹੋ। ਦਸ ਫਲ ਪ੍ਰਾਪਤ ਕਸ਼ਟ ਕਲੰਬ। ਉਹਦਾ ਫਲ ਤੁਹਾਨੂੰ ਭੁਗਤਣਾ ਪਵੇਗਾ, ਉਹਦਾ ਦੁੱਖ ਤੁਹਾਨੂੰ ਪਾਉਣਾ ਪਵੇਗਾ। ਤੁਮ ਕੀ ਸੰਤਤ ਪਾਏ ਤਮਾਰੀ। ਜਿਵੇਂ ਕਹਿੰਦੇ ਹੁੰਦੇ ਨੇ ਕਿ ਕੋਈ ਬੰਦਾ ਮਾੜੇ ਕਰਮ ਕਰਦਾ ਫਿਰ ਉਹਦਾ ਫਲ ਉਹਦੀ ਸੰਤਾਨ ਭੁਗਤਦੀ ਆ। ਬਹੁਤ ਵਾਰ ਇਵੇਂ ਹੁੰਦਾ, ਕਈ ਐਸੇ ਲੋਕ ਨੇ ਮਾੜੇ ਕਰਮ ਕਰਦੇ ਨੇ, ਸਾਰਾ ਭਾਰ ਉਹਨਾਂ ਦੇ ਬੱਚਿਆਂ ਤੇ ਪੈ ਜਾਂਦਾ। ਮਹਾਰਾਜ ਕਹਿੰਦੇ ਬਸ ਅੱਗੇ ਤੁਹਾਡੀ ਜਿਹੜੀ ਸੰਤਾਨ ਹੋਵੇਗੀ ਨਾ, ਉਹਦਾ ਫਲ ਵੀ ਉਹਨਾਂ ਨੂੰ ਭੁਗਤਣਾ ਪਵੇਗਾ। ਜਿਮ ਗੁਰੂ ਘਰ ਕੇ ਭੇਦੋਰ ਚਾਰੀ। ਤੁਸੀਂ ਗੁਰੂ ਘਰ ਦੇ ਸੇਵਕ ਹੋ ਕੇ ਸੇਵਕਾਂ ਵਾਲਾ ਕੰਮ ਨਹੀਂ ਕੀਤਾ, ਸਗੋਂ ਮਾਲਕ ਬਣ ਕੇ ਬੈਠੇ ਹੋ, ਖੋਟੇ ਕਰਮ ਕਰਨ ਲੱਗ ਗਏ। ਜਿਮ ਕਹਿ ਠਾਨੀ ਮੋਨ ਦਸਾਈ। ਇਹ ਕਹਿ ਕੇ ਬਸ ਮਹਾਰਾਜ ਜੀ ਚੁੱਪ ਹੋ ਗਏ ਨੇ। ਬਸ ਇਹਨਾਂ ਬਚਨਾਂ ਵਿੱਚ ਹੀ ਇੰਨੀ ਸ਼ਕਤੀ ਆ। ਨੈ ਮਸੰਦ ਤੁਮ ਅੰਮ੍ਰਿਤ ਸਰੀਏ ਤ੍ਰਿਸ਼ਨਾ ਗੰਤੇ ਅੰਤਰ ਸਰੀਏ। ਭਾਵ ਕਿ ਜਿੰਨੇ ਵੀ ਮਸੰਦੋ ਤੁਸੀਂ ਅੰਮ੍ਰਿਤਸਰ ਦੇ ਵਾਸੀ ਨਹੀਂ ਹੋ ਸਕਦੇ, ਕਿਉਂਕਿ ਅੰਮ੍ਰਿਤਸਰ ਕਿੰਨਾ ਸੁੰਦਰ ਨਾਮ ਹੈ। ਅੰਮ੍ਰਿਤਸਰ ਸਿਫਤੀ ਦਾ ਘਰ। ਅੰਮ੍ਰਿਤਸਰ ਤਾਂ ਸਿਫਤੀ ਦਾ ਘਰ ਆ। ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਕੇ
ਬੰਦੇ ਦੇ ਉੱਪਰ ਬਹੁਤ ਜ਼ਿਆਦਾ ਗਹਿਰਾ ਪ੍ਰਭਾਵ ਪੈਂਦਾ। ਉੱਥੋਂ ਦੀਆਂ ਤਰੰਗਾਂ ਕੀਰਤਨ ਦੀਆਂ ਕਿੰਨੀਆਂ ਖੂਬਸੂਰਤ ਆਨੰਦਮਈ ਨੇ, ਪਰ ਤੁਹਾਡੇ ਤੇ ਭੋਰਾ ਵੀ ਅਸਰ ਨਹੀਂ ਪਿਆ। ਤਾਂ ਇਹ ਚੀਜ਼ਾਂ ਜਿਹੜੀਆਂ ਨੇ, ਤੁਸੀਂ ਅੰਮ੍ਰਿਤਸਰ ਦੇ ਮਸੰਦ ਨਹੀਂ ਹੋ ਸਕਦੇ, ਤੁਸੀਂ ਹਰਿਮੰਦਰ ਸਾਹਿਬ ਦੇ ਸੇਵਕ ਨਹੀਂ ਹੋ ਸਕਦੇ, ਤੁਸੀਂ ਤਾਂ ਤ੍ਰਿਸ਼ਨਾ ਦੇ ਨਾਲ ਸੜ ਰਹੇ ਹੋ। ਲੋਭ ਦਾ ਕੁੱਤਾ ਤੁਹਾਡੇ ਅੰਦਰ ਸਦਾ ਹੀ ਬੋਲਦਾ ਰਹਿੰਦਾ ਹੈ, ਜਿਹੜਾ ਚੁੱਪ ਨਹੀਂ ਹੁੰਦਾ। ਇਹ ਕਹਿ ਕੇ ਬਸ ਮਹਾਰਾਜ ਨੇ ਬਚਨ ਕਹੇ ਤੇ ਚੁੱਪ ਹੋ ਗਏ ਹਨ। ਫਿਰ ਮੈਲ ਮਸੰਦ ਗਵਨੇ ਸਮੁਦਾਈ। ਉਹਨਾਂ ਨੇ ਜਦੋਂ ਏਦਾਂ ਮਹਾਰਾਜ ਤੋਂ ਬਚਨ ਸੁਣੇ, ਫਿਰ ਵਾਪਸ ਚਲੇ ਗਏ ਇਕੱਠੇ ਹੋ ਕੇ ਹੀ। ਭਇਓ ਸਰਾਪ ਦੁਖਦਾਇਕ ਜਿਨ ਕੋ। ਏਦਾਂ ਮਹਾਰਾਜ ਦਾ ਇੱਕ ਸਖਤ ਬਚਨ ਹੋਇਆ ਗੁਰੂ ਤੇਗ ਬਹਾਦਰ ਜੀ ਦਾ। ਇਹਨੂੰ ਕਵੀ ਜੀ ਕਹਿੰਦੇ ਇੱਕ ਸ਼ਰਾਪ ਹੋ ਗਿਆ ਹੈ। ਫਿਰ ਨਹਿ ਗੁਰਮਤਿ ਪ੍ਰਾਪਤ ਕਿਮ ਤੈਨ ਕੋ। ਜਿਨ੍ਹਾਂ ਨੂੰ ਗੁਰੂ ਦੇ ਇਹੋ ਜਿਹੇ ਬਚਨ ਹੋ ਜਾਣ, ਉਹਨਾਂ ਨੂੰ ਗੁਰਮਤਿ ਕਿੱਥੋਂ ਪ੍ਰਾਪਤ ਹੋ ਸਕਦੀ ਹੈ? ਉਹਨਾਂ ਦੀ ਚੰਗੀ ਮਤ ਕਿਵੇਂ ਹੋ ਸਕਦੀ ਹੈ? ਅੰਤਰ ਸਰੀਏ ਸ਼ਰਾਪ ਜੋ ਕਹਿਓ। ਅੰਦਰ ਸੜੀਏ ਦਾ ਜਿਹੜਾ ਸ਼ਰਾਪ ਹੁਣ ਕਹਿ ਦਿੱਤਾ ਹੈ। ਅਬ ਲੋ ਤਹਾਂ ਅਹਿ ਹਮ ਲਹਿਓ। ਕਵੀ ਜੀ ਕਹਿੰਦੇ ਉਹਨਾਂ ਦੇ ਦੇਖੇ, ਕਵੀ ਜੀ ਆਖਦੇ ਨੇ, ਕਹਿੰਦੇ ਮੇਰੇ ਦੇਖੇ ਹਾਲੇ ਤੱਕ ਇਹ ਸ਼ਰਾਪ ਦਾ ਪ੍ਰਭਾਵ ਹਜੇ ਵੀ ਉੱਥੇ ਪਿਆ ਹੈ। ਅੱਜ ਵੀ ਤੁਹਾਨੂੰ ਭਾਵ ਕਿਉਂ ਕਹਿੰਦੇ, ਉੱਥੋਂ ਦੇ ਜਿਹੜੇ ਲੋਕ ਨੇ, ਅੰਮ੍ਰਿਤਸਰੀਏ ਜਿਹੜੇ ਨੇ, ਉਹਨਾਂ ਦੇ ਲੋਕਾਂ ਦਾ ਥੋੜਾ ਸੁਭਾਅ ਇਦਾਂ ਦਾ ਮੇਲ ਖਾਵੇਗਾ। ਕਵੀ ਜੀ ਆਪਣੇ ਤਜਰਬੇ ਵਿੱਚੋਂ ਇਹ ਪੰਕਤੀ ਕਹਿ ਰਹੇ ਆ, ਅਬ ਲੋ ਤਹਾਂ ਅਹਿ ਹਮ ਲਹਿਓ। ਕਹਿੰਦੇ ਹਾਲੇ ਤੱਕ ਇਹ ਸ਼ਰਾਬ ਦਾ ਪ੍ਰਭਾਵ ਉੱਥੇ ਦੇਖਣ ਨੂੰ ਮਿਲਿਆ ਹੈ ਸਾਨੂੰ। ਸ੍ਰੀ ਗੁਰ ਬਖਸ਼ੀ ਗ੍ਰਾਮ ਤਿਸ ਫੇਰੀ। ਸ੍ਰੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਉਸ ਪਿੰਡ ਦੇ ਵਿੱਚ ਜਿੱਥੇ ਆ ਕੇ ਰਹਿਣਾ ਕੀਤਾ ਸੀ ਨਾ, ਉੱਥੇ ਹੀ ਮਹਾਰਾਜ ਗੁਰੂ ਮਹਾਰਾਜ ਬੱਲੇ ਪਿੰਡ ਦੇ ਵਿੱਚ ਰਹੇ ਹਨ, ਸਿੱਖ ਦੇ ਘਰ ਦੇ ਵਿੱਚ। ਕਤ ਪ੍ਰਤੀਖਨ ਮੱਖਣ ਕੇਰੀ। ਤੇ ਉੱਥੇ ਰਹਿ ਕੇ ਮੱਖਣ ਸ਼ਾਹ ਦਾ ਇੰਤਜ਼ਾਰ ਕਰਦੇ ਨੇ ਗੁਰੂ ਮਹਾਰਾਜ ਕਿ ਹੁਣ ਮੇਰਾ ਸਿੱਖ ਗਿਆ ਹੈ, ਕੜਾਹ ਪ੍ਰਸ਼ਾਦ ਦੀ ਦੇਗ ਭਾਵ ਪੰਚਾਮ੍ਰਿਤ ਤਿਆਰ ਕਰਕੇ ਲੈ ਕੇ ਗਿਆ, ਅਰਦਾਸ ਕਰੇਗਾ, ਵਾਪਸ ਆਵੇਗਾ। ਤੇ ਉਹ ਤਿੰਨ ਜਿਹੜਾ ਕੋਹ ਸੀ, ਉੱਥੋਂ ਦੂਰ ਇਹ ਪਿੰਡ ਬਣਿਆ ਸੀ, ਉੱਥੇ ਇੱਕ ਸਿੱਖ ਦਾ ਘਰ ਸੀ। ਮਹਾਰਾਜ ਫਿਰ ਡੀਕਣ ਲੱਗੇ ਕਿ ਮੱਖਣ ਸ਼ਾਹ ਜਦੋਂ ਆਵੇਗਾ। ਮਗਨ ਸਰੂਪਾਨੰਦ ਮੈਂ ਬੈਸੇ। ਇਦਾਂ ਫਿਰ ਆਪਣੇ ਸਰੂਪ ਦੇ ਵਿੱਚ ਗੁਰੂ ਮਹਾਰਾਜ ਆਨੰਦ ਧਾਰ ਕੇ ਬੈਠਣਾ ਕੀਤਾ ਹੈ। ਜਿਨੇ ਬਕਾਰ ਸੁਇਓ ਨੇ ਕੈਸੇ। ਇਹਨਾਂ ਨੂੰ ਕੋਈ ਵੀ ਵਿਕਾਰ ਨੇ ਅੱਜ ਤੱਕ ਛੋਇਆ ਵੀ ਨਹੀਂ, ਐਸੇ ਗੁਰੂ ਤੇਗ ਬਹਾਦਰ ਜੀ ਮਹਾਰਾਜ। ਖਾਨ ਪਾਨ ਕਰਕੇ ਸਭ ਭਾਤੇ। ਉਸ ਪਿੰਡ ਦਾ ਜਿਹੜਾ ਵਾਸੀ ਸੀ ਨਾ, ਉਹਨੇ ਆ ਕੇ ਖੂਬ ਮਹਾਰਾਜ ਦੀ ਸੇਵਾ ਕੀਤੀ। ਉਹ ਸਿੱਖ ਨੇ ਮਹਾਰਾਜ ਲਈ ਦਰਵਾਜ਼ੇ ਖੋਲ ਦਿੱਤੇ, ਇਹਨਾਂ ਮਸੰਦਾਂ ਨੇ ਬੰਦ ਕੀਤੇ। ਤੇ ਸਤਿਗੁਰੂ ਜੀ ਫਿਰ ਜਿੱਥੇ ਪ੍ਰੇਮ ਹੋਵੇ ਉੱਥੇ ਹੀ ਰਹਿੰਦੇ ਨੇ ਨਾ, ਤਾਂ ਇਸ ਕਰਕੇ ਜਾਤ ਪਾਤ ਮਹਾਰਾਜ ਦੇਖਦੇ ਨਹੀਂ, ਪ੍ਰੇਮ ਵਾਲਿਆਂ ਦੇ ਸਦਾ ਹੀ ਸਰਾਣੇ ਖੜੇ ਰਹਿੰਦੇ ਨੇ। ਐਸੇ ਮਹਾਰਾਜ ਦਾ ਸੁਭਾਅ ਹੈ ਬਿਰਧ ਦਾ, ਸਤਿਗੁਰ ਦਾ। ਤਾਂ ਆਪਣਾ ਬਿਰਧ ਸੰਭਾਲੇ। ਤਾਂ ਉੱਥੇ ਮਹਾਰਾਜ ਆਰਾਮ ਕਰਨ ਲੱਗੇ ਨੇ, ਟਿਕੇ ਸੇਜ ਉੱਪਰ ਪਸਚਾਤੀ। ਤੇ ਇਦਾਂ ਫਿਰ ਭੋਜਨ ਛਕ ਕੇ, ਪ੍ਰਸ਼ਾਦਾ ਛਕ ਕੇ ਤੇ ਆਰਾਮ ਕਰਨਾ ਕੀਤਾ। ਤੇ ਭਾਈ ਮੱਖਣ ਸ਼ਾਹ ਦੀ ਉਡੀਕ ਕੀਤੀ ਆ ਕਿ ਉਹ ਗਏ ਹੋਏ ਨੇ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਨ, ਹਰਿਮੰਦਰ ਸਾਹਿਬ ਜਾਣਗੇ, ਮੱਥਾ ਟੇਕਣਗੇ, ਤੇ ਮੈਂ ਆਪਣੇ ਸਿੱਖ ਦੀ ਉਡੀਕ ਵਿੱਚ ਇੱਥੇ ਰਹਾਂਗਾ। ਸੋ ਗੁਰੂ ਪਿਆਰਿਓ, ਤੇ ਇਹਨਾਂ ਗੱਲਾਂ ਵਿੱਚ ਜੇ ਤੁਸੀਂ ਆਪ ਜੀ ਸਮਝੋਗੇ ਬਹੁਤ ਡੂੰਘਾਈ ਦੇ ਵਿੱਚ, ਬਹੁਤ ਜ਼ਿਆਦਾ ਡੂੰਘੀ ਸੋਚ ਦੇ ਨਾਲ, ਪਰਮਾਤਮਾ ਜੋ ਕਰਦਾ ਚੰਗਾ ਹੀ ਕਰਦਾ ਹੈ। ਪਰਮਾਤਮਾ ਜੋ ਕਰਦਾ ਚੰਗਾ ਹੀ ਕਰਦਾ ਹੈ। ਉਹ ਕਿਵੇਂ? ਕਿਉਂਕਿ ਜੇ ਉਹਨਾਂ ਹਰਿਮੰਦਰ ਸਾਹਿਬ ਦੇ ਦਰਵਾਜ਼ੇ ਬੰਦ ਕੀਤੇ ਤਾਂ ਇਹ ਜਿਹੜਾ ਪਿੰਡ ਵਿੱਚ ਰਹਿਣ ਵਾਲਾ ਸਿੱਖ ਸੀ, ਮਹਾਰਾਜ ਨੇ ਉਹਦੇ ਘਰੇ ਵੀ ਫਿਰ ਜਾਣਾ ਸੀ ਨਾ, ਉਹਦਾ ਉਧਾਰ ਵੀ ਹੋਣਾ ਸੀ। ਇਸ ਕਰਕੇ ਜੋ ਹੁੰਦਾ ਪਰਮਾਤਮਾ ਦੀ ਰਜ਼ਾ ਵਿੱਚ ਹੁੰਦਾ। ਬਾਣੀ ਇਹੀ ਸਾਨੂੰ ਕਹਿੰਦੀ ਆ, ਜਿਹੜਾ ਇਹ ਸਿੱਖ ਇਹ ਗੱਲ ਕਹਿਣੀ ਸਿੱਖ ਗਿਆ, ਜੋ ਤੁਧ ਭਾਵੈ ਸਾਈ ਭਲੀ ਕਾਰ। ਬਸ ਜਿਹੜਾ ਇਹ ਗੱਲ ਕਹਿਣੀ ਸਿੱਖ ਗਿਆ, ਹਰ ਕੋਈ ਵੀ ਹਾਲਾਤ ਹੋਵੇ, ਦੁੱਖ ਸੁੱਖ ਹੋਵੇ, ਕਿ ਜੋ ਤੂੰ ਕੀਤਾ ਸਹੀ ਕੀਤਾ, ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ, ਤੇਰਾ ਕੀਆ ਮਿੱਠਾ ਲਾਗੇ। ਤਾਂ ਉਹ ਅਸਲੀ ਸਿੱਖ ਆ। ਇਹ ਚੀਜ਼ ਕਹਿਣੀ ਸੰਗਤ ਵਿੱਚੋਂ ਸਾਨੂੰ ਆਵੇਗੀ।
ਉਹ ਬੰਦਾ ਘਰੇ ਬੈਠਾ ਸੰਗਤ ਨਹੀਂ ਕਰਦਾ, ਕਦੇ ਗੁਰਬਾਣੀ ਨਹੀਂ ਪੜ੍ਹਦਾ, ਉਹ ਨਹੀਂ ਇਹ ਗੱਲਾਂ ਕਹਿ ਸਕਦਾ। ਉਹਨੇ ਤਾਂ ਹਾਏ ਹਾਏ ਕਰਨਾ ਜੇ ਦੁੱਖ ਆ ਗਿਆ। ਇਹ ਸਿੱਖ ਕਹਿੰਦਾ ਹੈ। ਬੰਦ ਕਟਾਉਂਦਾ ਸਿੱਖ ਕਹਿੰਦਾ, ਚਰਖੜੀਆਂ ਤੇ ਚੜ੍ਹਦੇ ਸਿੱਖ ਕਹਿੰਦੇ ਨੇ, ਨੀਹਾਂ ਵਿੱਚ ਚਿਣੇ ਜਾਂਦੇ ਨੇ ਸਾਹਿਬਜ਼ਾਦੇ। ਉਹ ਕਹਿੰਦੇ ਨੇ ਜੋ ਰੱਬ ਕਰਦਾ ਸਹੀ ਕਰਦਾ। ਸਾਨੂੰ ਬੁਖਾਰ ਚੜ੍ਹਦੇ ਅਸੀਂ ਕਹਿੰਦੇ ਆ ਬਹੁਤ ਮਾੜਾ ਹੋ ਗਿਆ, ਰੱਬ ਨੇ ਕੀ ਕਰਤਾ। ਸਿਰ ਵੀ ਦੁਖੇ, ਬੰਦੇ ਦਾ ਭਰੋਸਾ ਵੀ ਹੈ ਨਹੀਂ, ਇੰਨਾ ਵੀ ਹੈ ਨਹੀਂ। ਗੁਰੂ ਮਹਾਰਾਜ ਬਸ ਕਿਰਪਾ ਕਰਨ। ਇਹ ਜੋ ਇਤਿਹਾਸ ਦੀ ਕਥਾ ਹੈ ਇਹਦੀ ਸਾਨੂੰ ਬਹੁਤ ਲੋੜ ਹੈ। ਤੇ ਜੋ ਸਵੇਰ ਵੇਲੇ ਕਥਾ ਹੁੰਦੀ ਹੈ, ਸ਼ਬਦ ਦੀ ਕਥਾ, ਗੁਰਬਾਣੀ ਦੀ ਕਥਾ, ਉਹਦੀ ਵੀ ਬਹੁਤ ਲੋੜ ਆ। ਇਤਿਹਾਸ, ਗੁਰਬਾਣੀ, ਸ਼ਬਦ ਕੀਰਤਨ, ਇਹਨਾਂ ਸਾਰੀਆਂ ਗੱਲਾਂ ਦੀ ਸਾਡੇ ਮਨ ਨੂੰ ਬੜੀ ਲੋੜ ਹੁੰਦੀ ਆ। ਜੇ ਸੋਹਣੀ ਜ਼ਿੰਦਗੀ ਜਿਉਣੀ ਆ ਤਾਂ ਹੀ ਭਾਈ ਇਹ ਰੋਜ਼ ਸਾਨੂੰ ਇਹਨਾਂ ਦੀ ਸੰਗਤ ਕਰਨੀ ਚਾਹੀਦੀ ਆ। ਤੇ ਫਿਰ ਮਹਾਰਾਜ ਨੇ ਜਿਵੇਂ ਆਖਤਾ ਕਿ ਇਹ ਇੱਦਾਂ ਦੇ ਜਿਹੜੇ ਲੋਕ ਨੇ, ਜਿਵੇਂ ਕਿ ਉਦੋਂ ਸੀ ਉਹ ਮਸੰਦ ਅੰਮ੍ਰਿਤਸਰ ਵਿੱਚ ਰਹਿਣ ਵਾਲੇ, ਉਹਨਾਂ ਲਈ ਜਿਹੜੇ ਬਚਨ ਕਹਤੇ, ਤਾਂ ਅੱਜ ਵੀ ਸਾਨੂੰ ਦੇਖਣ ਨੂੰ ਉੱਥੇ ਕੋਈ ਸ਼ੱਕ ਨਹੀਂ। ਗੁਰੂ ਮਹਾਰਾਜ ਦੇ ਬਚਨ ਸਦਾ ਹੀ ਅਟਲ ਨੇ, ਦੇਖਣ ਨੂੰ ਮਿਲਦਾ ਹੈ। ਬਹੁਤ ਸਾਰੀਆਂ ਖਬਰਾਂ ਆਪ ਜੀ ਸੁਣਦੇ ਰਹਿੰਦੇ ਹੋ। ਗੁਰੂ ਮਹਾਰਾਜ ਬਸ ਸਭ ਨੂੰ ਸਮਤ ਬਖਸ਼ਣ। ਅੱਜ ਦੇ ਦੀਵਾਨ ਵਿੱਚ ਇਤਨਾ ਹੀ ਹੈ। ਗੁਰੂ ਤੇਗ ਬਹਾਦਰ ਜੀ ਦੀ ਸ਼ਾਨ ਬੜੀ ਉੱਚੀ ਅਤੇ ਸੁੱਚੀ ਹੈ। ਭਾਈ ਸਾਹਿਬ ਭਾਈ ਮੱਖਣ ਸ਼ਾਹ ਜੀ ਗੁਰੂ ਮਹਾਰਾਜ ਦੇ ਅਨੰਨ ਸੇਵਕ ਪਿਆਰੇ ਸਿੱਖ, ਉਹਨਾਂ ਦੀ ਸ਼ਾਨ ਬੜੀ ਨਿਰਾਲੀ ਹੈ। ਬੋਲਦਿਆਂ ਇੱਕ ਨਹੀਂ, ਬਹੁਤ ਭੁੱਲਾਂ ਹੋ ਗਈਆਂ ਹਨ। ਗੁਰੂ ਦੀ ਸੰਗਤ ਤੇ ਸਤਿਗੁਰੂ ਦੀ ਬਖਸ਼ਿੰਦ ਪਿਤਾ ਨੇ ਬਖਸ਼ ਲੈਣ ਜੀ। ਆਓ ਅਖੀਰਲੀ ਪੰਕਤੀ ਪੜ੍ਹ ਕੇ ਫਤਿਹ ਬੁਲਾਉਣੀ ਕਰੀਏ ਜੀ। ਮਗਨ ਸਰੂਪ ਆਨੰਦ ਮੈਂ ਵੈਸੇ ਬੈਸੇ, ਜਿਨੇ ਬਿਕਾਰ ਸੋਇਓ ਨਹਿ ਕੈਸੇ। ਖਾਨ ਪਾਨ ਕਰਕੇ ਸੁਭ ਭਾਤੀ, ਟਿਕੇ ਸੇਜ ਉਪਰ ਪਸਚਾਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।